ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਕਹੈ ਸ੍ਰੀ ਗੁਰੂ ਅਮਰ ਸੋ ਅੰਤਰ ਧਿਆਨੀਐ, ਸ਼੍ਰੀ ਅਰਜਨ ਸੁਨ ਕਾਨ ਆਨੰਦ ਮਹਾਨੀਏ। ਡੇਰਾ ਦੀਨ ਉਤਾਰ ਸਕਲ ਇਕ ਥਾਨ ਮੈਂ, ਹੋ ਗਮਨੇ ਪੁਰ ਮੈਂ ਆਪ ਤੰਬੋਰਾ ਪਾਨ ਮੈਂ। ਇਮ ਕਹੈ ਸ੍ਰੀ ਗੁਰੂ ਅਮਰ ਸੋ ਅੰਤਰ ਧਿਆਨੀਏ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ, ਕਿਰਪਾਲ, ਅੰਤਰਜਾਮੀ, ਪੂਰਨ ਪਾਰ ਬ੍ਰਹਮ ਪਰਮੇਸ਼ਰ, ਸੁੱਖਾਂ ਦੇ ਦਾਤੇ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਜੀ, ਗਰੀਬ ਨਵਾਜ ਸੱਚੇ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੀਏ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਆਪਾਂ ਨੇ ਸਰਵਣ ਕੀਤਾ ਹੈ।
ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਆਪ ਦੀ ਸਰਵਣ ਕਰ ਰਹੇ ਹਾਂ। ਮਹਾਨ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਬੀੜ ਤਿਆਰ ਕਰਾਉਣੀ ਹੈ ਮਹਾਰਾਜ ਨੇ। ਉਹਦੇ ਵਾਸਤੇ ਵੱਡੇ ਸਤਿਗੁਰਾਂ ਦੀ ਬਾਣੀ ਜਿਹੜੀ ਹੈ ਉਹ ਪੋਥੀਆਂ ਵਿੱਚ ਲਿਖੀ ਹੋਈ ਹੈ ਤੇ ਪੋਥੀਆਂ ਬਾਬਾ ਮੋਹਨ ਜੀ ਦੇ ਕੋਲ ਹਨ। ਬਾਬਾ ਮੋਹਨ ਜੀ ਬਹੁਤ ਵੱਡੇ ਤਪਸਵੀ ਹਨ, ਸਮਾਧੀ ਲਾਉਂਦੇ ਆ। ਉਹਨਾਂ ਦੀ ਸਮਾਧੀ ਜਿਹੜੀ ਆ ਕਿਸੇ ਦੇ ਹਲਾਇਆਂ ਵੀ ਨਹੀਂ ਖੁੱਲਦੀ ਜੀ। ਪਹਿਲਾਂ ਭਾਈ ਗੁਰਦਾਸ ਜੀ ਨੇ ਬੜੇ ਯਤਨ ਕੀਤੇ। ਬਾਬਾ ਬੁੱਢਾ ਸਾਹਿਬ ਜੀ ਨੇ ਜਾ ਕੇ ਦਰਵਾਜ਼ਾ ਜਿਹੜਾ ਹੈ ਉਹ ਖੋਲ੍ਹ ਲਿਆ ਕਿਸੇ ਤਰੀਕੇ ਨਾਲ, ਫੜ ਕੇ ਬਾਬਾ ਮੋਹਨ ਜੀ ਨੂੰ ਹਿਲਾਇਆ ਵੀ ਬਾਬਾ ਮੋਹਨ ਜੀ ਉਠੋ, ਪੋਥੀਆਂ ਦਿਓ। ਬਾਬਾ ਮੋਹਨ ਜੀ ਨੇ ਨੇਤਰ ਨਹੀਂ ਖੋਲੇ, ਸਮਾਧੀ ਨਹੀਂ ਖੁੱਲੀ ਜੀ। ਬਾਬਾ ਮੋਹਰੀ ਜੀ ਬਾਬਾ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਹ ਇਸ ਤਰ੍ਹਾਂ ਦੇ ਹੀ ਨੇ। ਬਾਬਾ ਬੁੱਢਾ ਸਾਹਿਬ ਜੀ ਵਾਪਸ ਆ ਗਏ ਆ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਚੱਲੇ ਨੇ ਪੋਥੀਆਂ ਲੈਣ ਵਾਸਤੇ ਜੀ। ਉਹ ਕਥਾ ਹੁਣ ਤੁਸੀਂ ਕੱਲ੍ਹ ਸਰਵਣ ਕੀਤੀ। ਮਹਾਰਾਜ ਗਰੀਬ ਨਵਾਜ ਜਦੋਂ ਜਾ ਰਹੇ ਨੇ, ਬੜੇ ਪ੍ਰੇਮ ਨਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਆ। ਬੌਲੀ ਸਾਹਿਬ 'ਚ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਧਿਆਨ ਧਰ ਕੇ ਜਦੋਂ ਬੈਠੇ ਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋ ਗਏ ਜੀ। ਗੁਰੂ ਅਮਰਦਾਸ ਸਾਹਿਬ ਜੀ ਨੇ ਦੱਸਿਆ ਵੀ ਅਸੀਂ ਤੁਹਾਡੇ ਨਾਲ ਹਾਂ, ਕਾਰਜ ਤੁਹਾਡਾ ਹੋ ਜਾਏਗਾ। ਮੋਹਣ ਮਸਤ ਸੁਭਾਅ ਦੇ ਨੇ, ਜੇ ਕੁਝ ਬੁਰਾ ਬੋਲ ਵੀ ਲੈਣ ਤੁਸੀਂ ਆਨੰਦ ਵਿੱਚ ਹੀ ਰਿਓ ਕਹਿਣ ਲੱਗੇ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ 7 ਬਚਨ, ਬਾਕੀ ਪੋਥੀਆਂ ਤੁਹਾਨੂੰ ਮਿਲ ਜਾਣਗੀਆਂ। ਇਹ ਵੀ ਗੱਲ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਹੀ ਜੀ। ਸੋ ਇੱਥੋਂ ਤੱਕ ਸੰਗਤ ਜੀ ਆਪਾਂ ਕਥਾ ਸਰਵਣ ਕੀਤੀ ਸੀ। ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਦੇ ਨਾਲ ਸੰਗਤਾਂ ਸਾਰੀਆਂ ਕਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਹਾਂਜੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਕਹੈ ਸ੍ਰੀ ਗੁਰ ਅਮਰ ਸੋ ਅੰਤਰ ਧਿਆਨੀਏ। ਇਹ ਬਚਨ ਕਰਕੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਅੰਤਰ ਧਿਆਨ ਹੋ ਗਏ ਜੀ, ਭਾਵ ਅਲੋਪ ਹੋ ਗਏ ਜੀ। ਹਾਂਜੀ। ਸ਼੍ਰੀ ਅਰਜਨ ਸੁਨ ਕਾਨ ਆਨੰਦ ਮਹਾਨੀਏ। ਮਹਾਰਾਜ ਗਰੀਬ ਨਵਾਜ ਜੀ ਨੇ ਨੇਤਰ ਖੋਲੇ। ਗੁਰੂ ਅਰਜਨ ਦੇਵ ਜੀ ਆਨੰਦ ਨਾਲ ਭਰ ਗਏ ਜੀ। ਗੁਰੂ ਅਮਰਦਾਸ ਜੀ ਦੇ ਦਰਸ਼ਨ ਜੂ ਹੋਏ ਜੀ। ਹਾਂਜੀ। ਡੇਰਾ ਦੀਨ ਉਤਾਰ ਸਗਲ ਇਕ ਥਾਨ ਮੈਂ। ਬੇਅੰਤ ਸਿੱਖ ਸੰਗਤਾਂ ਨਾਲ ਨੇ ਜੀ। ਸਾਰੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਜਗ੍ਹਾ ਸੰਗਤਾਂ ਦੇ ਆਸਣ ਲਵਾ ਦਿੱਤੇ ਜੀ। ਸਭ ਸੰਗਤਾਂ ਦੇ ਹੋ ਗਮਨੇ ਪੁਰ ਮੈਂ ਆਪ ਤੰਬੂਰਾ ਪਾਨ ਮੈਂ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਮਹਾਰਾਜ ਸੱਚੇ ਪਾਤਸ਼ਾਹ ਨਾ ਜੀ ਆਪ ਤੁਰ ਕੇ, ਆਪ ਪੱਖਾ ਬੰਦ ਕਰ ਦਿਓ, ਆਪ ਤੁਰ ਕੇ ਨਗਰੀ ਦੇ ਵਿੱਚ ਤੁਰੇ ਜੀ। ਹਾਂਜੀ। ਹੱਥ ਵਿੱਚ ਸਤਿਗੁਰੂ ਜੀ ਨੇ ਤੰਬੂਰਾ ਲੈ ਲਿਆ ਜੀ। ਤੰਬੂਰਾ ਫੜ ਲਿਆ, ਸਾਜ਼ ਹੈ ਜੀ ਤੰਬੂਰਾ ਇੱਕ। ਉਹ ਸਾਜ਼ ਲੈ ਕੇ ਸੱਚੇ ਪਾਤਸ਼ਾਹ ਜੀ ਚੱਲ ਪਏ ਜੀ ਨਗਰ ਵਿੱਚ। ਹਾਂਜੀ। ਗੁਰਸੁਤ ਮੋਹਨ ਜਹਾਂ ਚੁਬਾਰੇ ਮੈਂ ਰਹਿ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਆਪ ਚੱਲ ਕੇ ਸਮਰੱਥ ਗੁਰੂ ਜੀ ਚੌਬਾਰਾ ਸਾਹਿਬ ਨੂੰ ਉਹ ਤੁਰੇ ਜੀ, ਜਿੱਥੇ ਬਾਬਾ ਮੋਹਨ ਜੀ ਰਹਿੰਦੇ ਨੇ। ਹਾਂਜੀ। ਤਿਸ ਨੀਚੇ ਜੋ ਗਰੀ ਜਾਏ ਤਿਹ ਠਾਨ ਲਾਹੇ। ਤੇ ਚੌਬਾਰਾ ਸਾਹਿਬ ਦੇ ਨੀਚੇ ਜਿਹੜੀ ਗਲੀ ਹੈ ਨਾ ਜੀ, ਗਲੀ, ਮਹਾਰਾਜ ਸੱਚੇ ਪਾਤਸ਼ਾਹ ਉਸ ਗਲੀ ਦੇ ਵਿੱਚ ਬੈਠ ਗਏ ਜੀ। ਹੁਣ ਵੇਖ ਲਓ ਬਹੁਤ ਥਾਵਾਂ ਤੇ ਇਤਿਹਾਸਕ ਸਥਾਨ ਵੀ ਨਹੀਂ ਬਣ ਸਕਦੇ ਜੀ। ਜੇ ਅਸੀਂ ਗੋਇੰਦਵਾਲ ਸਾਹਿਬ ਜਾਈਏ, ਲੱਭਣਾ ਹੋਵੇ ਵੀ ਗਲੀ 'ਚ ਗੁਰੂ ਅਰਜਨ ਸਾਹਿਬ ਕਿੱਥੇ ਕੁ ਬੈਠੇ ਸਨ, ਕਿਵੇਂ ਅੰਦਾਜ਼ਾ ਲਾਵਾਂਗੇ ਜੀ। ਹਾਂਜੀ। ਭੂਤਲ ਬੈਠੇ ਆਪ ਸਿੱਖ ਤਬ ਦੇਖ ਕੇ। ਕਮਾਲ ਦੀ ਗੱਲ ਇਹ ਹੈ,
ਗੁਰੂ ਅਰਜਨ ਦੇਵ ਮਹਾਰਾਜ ਨਿਮਰਤਾ ਦੇ ਘਰ ਵਿੱਚ ਆਏ ਨੇ, ਸਦਾ ਹੀ ਨਿਮਰਤਾ 'ਚ ਹੀ ਰਹਿੰਦੇ ਨੇ ਜੀ। ਹਾਂਜੀ, ਮਹਾਰਾਜ ਉੱਤੋਂ ਉੱਤੋਂ ਨਿਮਰਤਾ ਨਹੀਂ ਵਿਖਾਉਂਦੇ ਜੀ, ਮਹਾਰਾਜ ਅੰਦਰੋਂ ਨਿਮਰਤਾ ਵਾਲੇ ਨੇ ਜੀ। ਸੱਚੇ ਪਾਤਸ਼ਾਹ ਉਸ ਗਲੀ ਦੇ ਵਿੱਚ ਭੁੰਜੇ ਹੀ ਬੈਠ ਗਏ ਜੀ, ਬਿਲਕੁਲ ਭੁੰਜੇ ਆਸਣ ਲਾ ਲਿਆ ਮਹਾਰਾਜ ਨੇ, ਭਾਵ ਚੌਂਕੜਾ ਮਾਰ ਲਿਆ। ਹਾਂਜੀ, ਹੋ ਦੌਰੇ ਆਸਨ ਲੈਨ ਸੋ ਬਿਸਮ ਬਿਸੇਖ ਕੈ। ਸਿੱਖ ਸਾਰੇ ਵੇਖ ਕੇ ਹੈਰਾਨ ਹੋ ਗਏ ਵੀ ਸੱਚੇ ਪਾਤਸ਼ਾਹ ਮਹਾਰਾਜ ਉਵੇਂ ਹੀ ਭੁੰਜੇ ਹੀ ਬੈਠ ਗਏ ਨੇ। ਉਸੇ ਵੇਲੇ ਉਹ ਆਸਣ ਲੈਣ ਵਾਸਤੇ ਗਏ, ਭਾਵ ਚਾਦਰ ਤਲਾਈ ਲੈਣ ਵਾਸਤੇ ਮਹਾਰਾਜ ਜੀ ਵਾਸਤੇ ਗਏ ਜੀ। ਹਾਂਜੀ, ਸਫੈ ਗਲੀਚੇ ਆਦ ਜੋ ਲਿਆਏ ਬਿਛਾਵਨੇ। ਥੱਲੇ ਵਿਛਾਉਣ ਵਾਸਤੇ ਗਲੀਚਾ ਚਾਦਰ ਲੈ ਕੇ ਆਏ ਜੀ। ਕਿਉਂ? ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੀਸ ਤੇ ਚੰਦੋਆ ਸਾਹਿਬ ਲੱਗਦਾ ਹੈ, ਚੌਰ ਸਾਹਿਬ ਝੁੱਲਦੀ ਹੈ, ਤਖਤ ਦੇ ਉੱਤੇ ਮਹਾਰਾਜ ਬੈਠਦੇ ਹੈ, ਪਰ ਮਹਾਰਾਜ ਇੱਥੇ ਆ ਕੇ ਭੁੰਜੇ ਹੀ ਬੈਠ ਗਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਿੱਖ ਉਸੇ ਵੇਲੇ ਗਲੀਚਾ ਚਾਦਰ ਲੈ ਕੇ ਆਏ ਮਹਾਰਾਜ ਜੀ ਵਾਸਤੇ। ਹਾਂਜੀ, ਮ੍ਰਦੁਲ ਬਾਕ ਕਹਿ ਸਬਨ ਕਰੇ ਸੋ ਹਟਾਵਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਮਿੱਠੇ ਬੋਲ ਬੋਲ ਕੇ ਤੇ ਮਹਾਰਾਜ ਕਹਿਣ ਲੱਗੇ, ਨਾ ਭਾਈ ਹੁਣ ਅਸੀਂ ਜਿੱਥੇ ਬਹਿਣਾ ਸੀ ਬੈਠ ਗਏ ਆ, ਕਹਿਣ ਲੱਗੇ। ਤੇ ਹੁਣ ਮਹਾਰਾਜ ਕਹਿੰਦੇ ਅਸੀਂ ਉੱਠਣਾ ਨਹੀਂ ਹੈ। ਬੜੇ ਮਿੱਠੇ ਬੋਲ ਬੋਲ ਕੇ ਨਾ ਵਿਛਾਈ ਵਾਪਸ ਭੇਜ ਦਿੱਤੀ ਜੀ। ਹਾਂਜੀ, ਤੰਬੂਰਾ ਸੁਰ ਠਾਨ ਲੱਗੇ ਪੁਨ ਗਾਵਨੇ। ਉਹ ਤੰਬੂਰਾ ਜਿਹੜਾ ਸਾਜ਼ ਸੀਗਾ ਜੀ, ਉਹਨੂੰ ਮਹਾਰਾਜ ਨੇ ਸੁਰ ਕੀਤਾ ਜੀ। ਹਾਂਜੀ, ਹੋ ਗੌੜੀ ਰਾਗ ਅਲਾਪ ਮਧੁਰ ਸੁਰ ਭਾਵਨੇ। ਤੇ ਮਹਾਰਾਜ ਆਪ ਗਲੀ ਵਿੱਚ ਬੈਠ ਗਏ, ਕੁਝ ਸਿੱਖ ਮਹਾਰਾਜ ਜੀ ਦੇ ਨਾਲ ਬੈਠ ਗਏ। ਗੌੜੀ ਰਾਗ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਪੜ੍ਹਨ ਲੱਗ ਪਏ ਜੀ। ਹਾਂਜੀ, ਦੋਹਰਾ ਸ਼ਬਦ ਬਨਾਵਤ ਜਾਤ ਹੈ ਗਾਵਤ ਗੌੜੀ ਰਾਗ। ਗੌੜੀ ਰਾਗ ਗਾ ਰਹੇ ਨੇ ਮਹਾਰਾਜ ਤੇ ਸ਼ਬਦ ਉਚਾਰ ਰਹੇ ਨੇ ਜੀ। ਹੁਣ ਜਿਹੜੇ ਰਾਗੀ ਨੇ, ਜਿਨ੍ਹਾਂ ਨੂੰ ਰਾਗ ਦੀ ਸੋਝੀ ਹੈ, ਉਹਨਾਂ ਨੂੰ ਪਤਾ ਹੈ ਗੌੜੀ ਰਾਗ ਵਿੱਚ ਇੱਕ ਜਗ੍ਹਾ ਤਾਂ ਵੀ ਜਾਣਾ ਪੈਂਦਾ ਹੈ ਉੱਚੇ ਸੁਰ 'ਚ, ਫਿਰ ਹੇਠਾਂ ਵੀ ਆਉਣਾ ਪੈਂਦਾ ਨੀਵੇਂ ਸੁਰ ਵਿੱਚ ਵੀ ਜੀ। ਮਹਾਰਾਜ ਇਸੇ ਤਰ੍ਹਾਂ ਹੀ ਗਾ ਰਹੇ ਨੇ ਜੀ। ਹਾਂਜੀ, ਕਬ ਉੱਚੀ ਧੁਨ ਹੋਤ ਹੈ ਕਬ ਧੁਨ ਸਹਜੇ ਜਾਤ। ਕਦੀ ਤੇ ਮਹਾਰਾਜ ਉੱਚੇ ਸੁਰ ਵਿੱਚ ਗਾਉਣ ਲੱਗ ਪਏ ਜੀ, ਤੇ ਕਦੀ ਮਹਾਰਾਜ ਗਰੀਬ ਨਵਾਜ ਬਹੁਤ ਸਹਿਜੇ ਗਾਉਣ ਲੱਗ ਪਏ ਜੀ। ਗੌੜੀ ਰਾਗ ਵਿੱਚ ਮਹਾਰਾਜ ਗੋਇੰਦਵਾਲ ਸਾਹਿਬ ਦੀ ਗਲੀ 'ਚ ਬੈਠੇ ਬਾਣੀ ਪੜ੍ਹਨ ਲੱਗੇ ਜੀ। ਹਾਂਜੀ, ਗੌੜੀ ਮਹੱਲਾ ਪੰਜਵਾਂ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਤੇ ਹੁਣ ਦੋ ਗੱਲਾਂ ਨੇ, ਧਿਆਨ ਨਾਲ ਸੁਣਨਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ, ਮੋਹਨ ਦਾ ਅਰਥ ਬਾਬਾ ਮੋਹਨ ਜੀ ਵੀ ਹੈ। ਮੋਹਨ ਦਾ ਅਰਥ ਹੈ ਮਨ ਨੂੰ ਮੋਹਣ ਵਾਲਾ ਵਾਹਿਗੁਰੂ, ਮੋਹ ਨੂੰ ਹੰਨ ਕਰਨ ਵਾਲਾ, ਮੋਹ ਦਾ ਨਾਸ ਕਰਨ ਵਾਲਾ ਵਾਹਿਗੁਰੂ। ਸੋ ਕਈ ਕਹਿ ਦਿੰਦੇ ਲਓ ਜੀ ਇੱਥੇ ਕੱਲੇ ਬਾਬਾ ਮੋਹਨ ਜੀ ਦੀ ਗੱਲ ਹੋਈ ਹੈ। ਨਹੀਂ ਪਿਆਰਿਓ, ਠੀਕ ਹੈ ਬਾਬਾ ਮੋਹਨ ਜੀ ਦੇ ਮਹਾਰਾਜ ਆ ਕੇ ਬੈਠੇ ਆ, ਗਾ ਰਹੇ ਨੇ ਸ਼ਬਦ, ਪਰ ਨਾਲ ਨਾਲ ਮਹਾਰਾਜ ਧਿਆਨ ਵਾਹਿਗੁਰੂ ਵਿੱਚ ਜੋੜ ਰਹੇ ਨੇ ਜੀ। ਗੱਲ ਦੋਹੀਂ ਪਾਸੇ ਲੱਗ ਰਹੀ ਹੈ ਜੀ, ਦੋਹੀਂ ਪਾਸੇ ਲੱਗ ਰਹੀ। ਬਾਬਾ ਮੋਹਨ ਜੀ ਵੱਲ ਵੀ ਤੇ ਮੋਹ ਦਾ ਨਾਸ ਕਰਨ ਵਾਲੇ ਵਾਹਿਗੁਰੂ ਜੀ ਵੱਲ ਵੀ ਲੱਗ ਰਹੀ ਹੈ ਜੀ। ਮਨ ਨੂੰ ਮੋਹ ਲੈਣ ਵਾਲੇ ਵਾਹਿਗੁਰੂ ਜੀ ਵਾਲੇ ਪਾਸੇ ਵੀ ਗੱਲ ਲੱਗ ਰਹੀ ਹੈ ਜੀ। ਪੜ੍ਹ ਦਿਓ ਸ਼ਬਦ ਸਾਰਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸਾਲਾ। ਧਰਮਸਾਲ ਅਪਾਰ ਦੈ ਆਰ ਠਾਕੁਰ ਸਦਾ ਕੀਰਤਨ ਗਾਵਹੇ। ਜਹ ਸਾਧ ਸੰਤ ਇਕੱਤਰ ਹੋਵਹਿ ਤਹਾਂ ਤੁਝੈ ਧਿਆਵਹੇ।
ਕਰ ਦਇਆ ਮਇਆ ਦਇਆਲ, ਸੁਆਮੀ ਹੋ ਦੀਨ ਕਿਰਪਾਲਾ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਗੱਜ ਕੇ ਆਖੋ ਵਾਹਿਗੁਰੂ। ਗੌੜੀ ਰਾਗ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪ ਆਪਣੇ ਮੁਖੋਂ ਗਾ ਰਹੇ ਨੇ। ਕਦੀ ਤੇ ਉੱਚੇ ਸੁਰ 'ਚ ਗਾਉਂਦੇ ਆ, ਵਿੱਚ ਮਹਾਰਾਜ ਗਰੀਬ ਨਵਾਜ ਸਹਿਜ ਵਿੱਚ ਵੀ ਆ ਜਾਂਦੇ ਆ ਜੀ। ਗੁਰੂ ਕਾ ਜੁੜਿਆ ਹੋਇਆ ਕੀਰਤਨੀਆਂ ਕੀਰਤਨ ਕਰੇ ਤੇ ਸੁਣਨ ਵਾਲਿਆਂ ਦੀ ਸੁਰਤ ਜੁੜ ਜਾਂਦੀ ਹੈ ਜੀ। ਜਦੋਂ ਮਹਾਰਾਜ ਆਪ ਉਹ ਤੰਬੂਰਾ ਫੜ ਕੇ ਕੀਰਤਨ ਕਰ ਰਹੇ ਹੋਣਗੇ, ਕਿੱਡਾ ਸੋਹਣਾ ਵਾਯੂਮੰਡਲ ਬਣਿਆ ਹੋਏਗਾ ਜੀ। ਸਭ ਪਾਸੇ ਸ਼ਾਂਤੀ ਛਾ ਗਈ ਜੀ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦਵਾਰ ਜੀਓ ਸੰਤ ਧਰਮਸ਼ਾਲਾ। ਧਰਮਸਾਲ ਅਪਾਰ ਦਇਆਰ ਠਾਕੁਰ, ਸਦਾ ਕੀਰਤਨ ਗਾਵਹਿ। ਜਹ ਸਾਧ ਸੰਤ ਇਕੱਤਰ ਹੋਵਹਿ, ਤਹਾਂ ਤੁਝੇ ਧਿਆਵਹਿ। ਕਰ ਦਇਆ ਮਇਆ ਦਇਆਲ ਸੁਆਮੀ, ਹੋ ਦੀਨ ਕਿਰਪਾਰਾ। ਬਿਨਵੰਤ ਨਾਨਕ ਦਰਸ ਪਿਆਸੇ, ਮਿਲ ਦਰਸ਼ਨ ਸੁਖ ਸਾਰਾ। ਇਹ ਸ਼ਬਦ ਮਹਾਰਾਜ ਜੀ ਨੇ ਉਚਾਰਿਆ ਜੀ। ਹਾਂਜੀ, ਇਸ ਵਿੱਚ ਮੋਹਨ ਦੀ ਗੱਲ ਕੀਤੀ। ਮੋਹਨ, ਮੋਹ ਦਾ ਨਾਸ ਕਰਨ ਵਾਲੇ ਵਾਹਿਗੁਰੂ ਦੇ ਗੁਣ ਗਾਏ। ਹੇ ਵਾਹਿਗੁਰੂ, ਜਿੱਥੇ ਸੰਤ ਸਾਧੂ ਇਕੱਠੇ ਹੁੰਦੇ ਨੇ, ਉਹ ਮਹਾਰਾਜ ਆਪ ਜੀ ਦਾ ਹੀ ਜਸ ਗਾਉਂਦੇ ਨੇ। ਤੇ ਗੱਲ ਦੂਜੇ ਬੰਨੇ ਬਾਬਾ ਮੋਹਨ ਜੀ ਵਾਲੇ ਪਾਸੇ 'ਚ ਵੀ ਜਾਂਦੀ ਹੈ। ਬਾਬਾ ਮੋਹਨ ਜੀ ਉੱਚੀ ਥਾਂ ਤੇ ਬੈਠੇ ਸੀ ਨਾ, ਚੁਬਾਰਾ ਉੱਚਾ ਸੀਗਾ, ਉਧਰ ਇਹ ਵੀ ਗੱਲ ਲੱਗ ਜਾਂਦੀ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਪਰ ਚੇਤਾ ਰੱਖਿਓ, ਮੁਖੋਂ ਮੋਹਨ ਕਹਿ ਰਹੇ ਹਨ, ਗੱਲ ਬਾਬਾ ਮੋਹਨ ਜੀ ਵੱਲ ਜਿੱਥੇ ਜਾਂਦੀ ਹੈ, ਉੱਥੇ ਪਹਿਲਾਂ ਮਹਾਰਾਜ ਪਰਮੇਸ਼ਰ ਦੀ ਗੱਲ ਕਰ ਰਹੇ ਨੇ ਜੀ। ਹਾਂਜੀ। ਅੜਿਲ ਮੋਹਨ ਧੁਨ ਸੁਨ ਕਾਨ, ਜਾਨ ਬਿਰਤਾਂਤ ਕੋ। ਲਓ ਜੀ, ਫਿਰ ਗੁਰੂ ਸਾਹਿਬ ਆਪ ਸ਼ਬਦ ਉਚਾਰ ਰਹੇ ਹੋਣ ਤੇ ਕੌਣ ਹੈ ਜਿਹੜਾ ਕਵੇ ਵੀ ਮੇਰੀ ਸਮਾਧੀ ਜਿਹੜੀ ਆ ਉਹ ਹਿੱਲ ਨਹੀਂ ਸਕਦੀ? ਗੱਜ ਕੇ ਆਖੋ ਵਾਹਿਗੁਰੂ। ਸਾਰੀ ਰਾਤ ਭਾਈ ਗੁਰਦਾਸ ਜੀ ਖਲੋਤੇ ਆਵਾਜ਼ਾਂ ਮਾਰਦੇ ਰਹੇ, ਬਾਬਾ ਮੋਹਨ ਜੀ ਨੂੰ ਨਹੀਂ ਸੁਣੀ ਜੀ। ਬਾਬਾ ਬੁੱਢਾ ਸਾਹਿਬ ਲਾਗੇ ਫੜ ਕੇ ਹਿਲਾ ਹਿਲਾ ਕੇ ਕਹਿੰਦੇ ਰਹੇ, ਅੱਖਾਂ ਖੋਲੋ, ਬਾਬਾ ਮੋਹਨ ਜੀ ਨੇ ਨਹੀਂ ਸੁਣਿਆ ਜੀ। ਹਾਂਜੀ, ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਪੜ੍ਹਿਆ ਨਾ ਸ਼ਬਦ ਬਾਣੀ ਦਾ, ਬਾਬਾ ਮੋਹਨ ਜੀ ਦੀ ਸਮਾਧੀ ਖੁੱਲ ਗਈ ਜੀ। ਉਸੇ ਵੇਲੇ ਹੀ ਸਮਾਧੀ ਖੁੱਲ ਗਈ ਜੀ। ਉਹ ਮਹਾਰਾਜ ਜੀ ਦੀ ਬਾਣੀ ਕੰਨਾਂ 'ਚ ਪਈ ਜੀ। ਬਾਣੀ ਬੜੀ ਮਿੱਠੀ ਲੱਗੀ ਜੀ ਉਹਨਾਂ ਨੂੰ ਜੀ। ਹਾਂਜੀ। ਚੌਬਾਰੇ ਕੇ ਬਿਖੈ ਜੋ ਤਾਕੀ ਬਾਤ ਕੋ। ਫਿਰ ਧਿਆਨ ਲਾਉਣ ਦਾ ਯਤਨ ਕਰਨ, ਪਰ ਧਿਆਨ ਕਿੱਥੋਂ ਜੁੜੇ ਜੀ? ਧਿਆਨ ਬਾਣੀ 'ਚ ਜਾਵੇ ਜੀ। ਜਿਹੜੀ ਚੀਜ਼ ਗੱਲ ਬੰਦੇ ਦੇ ਮਨ ਨੂੰ ਖਿੱਚ ਪਾਵੇ ਨਾ ਜੀ, ਸੁਣਦਿਆਂ ਸੁਣਦਿਆਂ ਬੰਦਾ ਕੁਝ ਵੀ ਸੁਣ ਰਿਹਾ ਹੋਵੇ, ਧਿਆਨ ਉੱਧਰ ਹੀ ਜਾਏਗਾ ਜੀ। ਬਾਬਾ ਮੋਹਨ ਜੀ ਵੇਖਦੇ ਵੀ ਵੇਖਾਂ ਤੇ ਸਹੀ ਕੌਣ ਹੈ। ਤੇ ਚੁਬਾਰੇ ਵਿੱਚ ਬਾਰੀ ਸੀਗੀ ਜੀ ਇੱਕ, ਉਹ ਉੱਠ ਕੇ ਬਾਰੀ ਖੋਲੀ ਜੀ। ਵੇਖ ਲਓ, ਸਮਾਧੀ ਤੇ ਖੁੱਲ ਗਈ ਜੀ ਉਹਨਾਂ ਦੀ ਜੀ। ਹਾਂਜੀ। ਸੋ ਖੋਲੀ ਤਤਕਾਲ, ਗਰੀ ਦਿਸ਼ ਮੁਖ ਕਰਿਓ। ਬਾਰੀ ਖੋਲ ਕੇ ਹੇਠਾਂ ਵੇਖਿਆ ਗਲੀ ਵਿੱਚ ਜੀ। ਹਾਂਜੀ। ਹੋ ਸ਼੍ਰੀ ਅਰਜਨ ਦਿਸ਼ ਦੇਖ, ਬਾਕ ਕੋ ਉਚਰਿਓ। ਤੇ ਬਾਬਾ ਮੋਹਨ ਜੀ ਕੀ ਵੇਖਦੇ ਐ? ਇਹ ਤੇ ਮੇਰੇ ਭਣੇਵੇਂ ਨੇ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਂਜੀ। ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ। ਪਰ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਗੁਰੂ ਅਰਜਨ ਸਾਹਿਬ ਨੂੰ ਵੀ ਪਹਿਲਾਂ ਤੁਹਾਡੇ ਨਾਲ ਕੌੜਾ ਬੋਲਣਗੇ ਉਹ, ਤੁਸੀਂ ਗੁੱਸਾ ਨਾ ਕਰਿਓ। ਤੇ ਬਾਬਾ ਮੋਹਨ ਜੀ ਨਾ ਪਹਿਲਾਂ ਥੋੜਾ ਸਖਤ ਜਿਹਾ ਬੋਲਦੇ ਆ, ਕਹਿੰਦੇ ਆ ਇੱਕ ਤੇ ਤੁਸੀਂ ਸਾਡੀ ਵਸਤੂ ਲੈ ਲਈ ਕਹਿਣ ਲੱਗੇ। ਪ੍ਰਥਮ ਹਮਾਰੀ ਵਸਤ ਲਈ ਪਿਤ ਪਾਸ ਤੇ, ਸਾਡੇ ਪਿਤਾ ਕੋਲੋਂ ਸਾਡੀ ਵਸਤੂ ਲੈ ਲਈ, ਭਾਵ ਗੁਰਤਾ ਗੱਦੀ ਤੇ ਅਸੀਂ ਬਹਿਣਾ ਸੀ ਕਹਿਣ ਲੱਗੇ। ਇਹਨਾਂ ਦੀ ਬੜੀ ਖੇਡ ਹੈਗੀ। ਵੇਖ ਲਓ ਕਿੰਨੇ ਤਪਸਵੀ ਹੈਗੇ ਨੇ, ਪਰ ਮਨ ਉੱਥੇ ਹੈਗਾ ਜੀ। ਹਾਂਜੀ।
ਕੁਲ ਭੱਲਿਆਨ ਕੀ ਹੁੱਦੀ ਗੁਰੂ ਤਾ ਜਾਸ ਤੇ। ਭੱਲਿਆਂ ਦੀ ਸੀ ਕਹਿਣ ਲੱਗੇ ਉਹ, ਸਾਡੇ ਪਿਤਾ ਜੀ ਭੱਲੇ, ਅਸੀਂ ਭੱਲੇ ਖਾਨਦਾਨ, ਸਾਨੂੰ ਮਿਲਣੀ ਸੀ ਕਹਿਣ ਲੱਗੇ। ਹਾਂਜੀ। ਲੀਨਸ ਸੋਢੀ ਸੇਵ ਨਾ ਹਮ ਢਿਗ ਸੋ ਰਹੀ। ਪਰ ਤੁਹਾਡੇ ਪਿਤਾ ਜੀ ਸੋਢੀ, ਉਹਨਾਂ ਨੇ ਸਾਡੇ ਪਿਤਾ ਜੀ ਦੀ ਸੇਵਾ ਕੀਤੀ, ਪਿਤਾ ਜੀ ਨੂੰ ਖੁਸ਼ ਕੀਤਾ, ਅਸੀਂ ਨਹੀਂ ਕੀਤਾ ਕਹਿਣ ਲੱਗੇ। ਤੇ ਗੁਰਤਾ ਗੱਦੀ ਤੁਸੀਂ ਲੈ ਲਈ ਕਹਿਣ ਲੱਗੇ। ਹਾਂਜੀ। ਹੋ ਹੁਤੇ ਤੀਨ ਤੁਮ ਭਰਾਤ ਨਾ ਸਮਤਾ ਮਨ ਲਹੀ। ਅੱਗੋਂ ਤੁਸੀਂ 3 ਭਰਾ ਕਹਿਣ ਲੱਗੇ, ਤੁਸੀਂ 3 ਭਰਾ, ਪਰ ਤਿੰਨਾਂ ਵਿੱਚੋਂ ਤੁਸੀਂ ਜ਼ਿਆਦਾ ਸਿਆਣੇ ਹੋ ਕਹਿਣ ਲੱਗੇ। ਹਾਂਜੀ। ਪਿਤਾ ਗਏ ਬੈਕੁੰਠ ਵਿਰੋਧ ਉਠਾਇਓ। ਗੱਜ ਕੇ ਆਖੋ। ਕਹਿਣ ਲੱਗੇ ਤੁਹਾਡੇ ਪਿਤਾ ਜੀ ਬੈਕੁੰਠ ਨੂੰ ਚਲੇ ਗਏ, ਵੱਡੇ ਭਰਾ ਨੇ ਤੁਹਾਡੇ ਨਾਲ ਵਿਰੋਧ ਕੀਤਾ। ਹਾਂਜੀ। ਪਾਟਕ ਘਰ ਮਹਿ ਪਾਏ ਜੋ ਕਪਟ ਕਮਾਇਓ। ਘਰ ਵਿੱਚ ਪਾਟਕ ਪੈ ਗਿਆ, ਪਾੜ ਪੈ ਗਿਆ, ਵੱਡਾ ਭਰਾ ਤੁਹਾਡੇ ਨਾਲ ਕਪਟ ਕਰਦਾ ਰਿਹਾ। ਹਾਂਜੀ। ਭਰਾਤਾ ਹੁਤੇ ਵਿਸਾਲ ਨਿਕਾਸਿਓ ਧਾਮ ਤੇ। ਗੱਜ ਕੇ ਆਖੋ। ਬਾਬਾ ਮੋਹਨ ਜੀ ਨਾ ਚੈੱਕ ਵੀ ਕਰ ਰਹੇ ਨੇ ਜੀ। ਅਸਲ 'ਚ ਬਾਬਾ ਮੋਹਨ ਜੀ ਨੂੰ ਅੱਗੇ ਕਥਾ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਚੈੱਕ ਕਿਉਂ ਕਰ ਰਹੇ ਨੇ ਜੀ। ਬਾਬਾ ਮੋਹਨ ਜੀ ਵੇਖਣਾ ਚਾਹੁੰਦੇ ਵੀ ਗੁਰੂ ਅਰਜਨ ਸਾਹਿਬ ਕਿੱਥੋਂ ਕੁ ਬੋਲਦੇ ਨੇ, ਕਿੱਥੋਂ ਕੁ ਬਚਨ ਕਰਦੇ ਆ। ਕਹਿਣ ਲੱਗੇ ਤੁਹਾਡਾ ਵੱਡਾ ਭਰਾ ਤੁਸੀਂ ਬਾਹਰ ਭੇਜ ਦਿੱਤਾ, ਤੁਹਾਡੇ ਤੋਂ ਨਾਰਾਜ਼ ਹੋ ਕੇ ਉਹ ਬਾਹਰ ਚਲੇ ਗਿਆ, ਤੁਸੀਂ ਭੇਜਿਆ ਕਹਿਣ ਲੱਗੇ। ਹਾਂਜੀ। ਹੋ ਬੈਠਿਓ ਗੁਰਬਨ ਆਪ ਨਾ ਲੀਨਸ ਸ਼ਾਮ ਤੇ। ਕਿਸੇ ਦੀ ਸਲਾਹ ਨਹੀਂ ਲਈ, ਤੁਸੀਂ ਗੁਰਤਾ ਗੱਦੀ ਤੇ ਬਹਿ ਕੇ ਕਹਿਣ ਲੱਗੇ। ਬਾਬਾ ਮੋਹਨ ਜੀ ਚੈੱਕ ਕਰਨਾ ਚਾਹੁੰਦੇ ਆ ਵੀ ਗੁਰੂ ਅਰਜਨ ਦੇਵ ਮਹਾਰਾਜ ਕੀ ਬੋਲਦੇ ਆ। ਹਾਂਜੀ। ਲਾਜ ਨਾ ਧਰੋ ਆਪ ਅਬੈ ਚਲ ਆਇਓ। ਤੇ ਹੁਣ ਤੁਸੀਂ ਸਭ ਕੁਝ ਛੱਡ ਕੇ ਇੱਥੇ ਆ ਕੇ ਬਹਿ ਗਏ ਜੇ ਕਹਿਣ ਲੱਗੇ, ਕੋਈ ਲਾਜ ਨਹੀਂ ਰੱਖੀ ਤੁਸਾਂ। ਹਾਂਜੀ। ਸਭ ਗੁਰੂਆਂ ਕੇ ਸ਼ਬਦ ਲੈਨ ਹਿਤ ਧਾਇਓ। ਪਹਿਲਾਂ ਤੇ ਗੁਰਤਾ ਗੱਦੀ ਲੈ ਲਈ, ਹੁਣ ਬਾਣੀ ਵੀ ਲੈਣ ਆਏ ਜੇ ਸਾਡੇ ਕੋਲੋਂ। ਗੱਜ ਕੇ ਆਖੋ। ਇਹ ਤੇ ਮਹਾਰਾਜ ਦਾ ਵਡੱਪਨ ਹੈ। ਗੁਰੂ ਅਰਜਨ ਸਾਹਿਬ ਨੇਤਰ ਬੰਦ ਕਰਨ ਤੇ ਸਾਰੀ ਬਾਣੀ ਉਚਾਰ ਦੇਣ ਜੀ, ਜਿਹੜੀਆਂ ਪੋਥੀਆਂ 'ਚ ਵੀ ਹੈ। 10ਵੇਂ ਪਾਤਸ਼ਾਹ ਨੇ ਸਰੂਪ ਲਿਖਾਇਆ ਸੀਗਾ ਜੀ ਦਮਦਮਾ ਸਾਹਿਬ, ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜ਼ੁਬਾਨੀ ਸਾਰਾ ਲਿਖਾਇਆ ਸੀਗਾ ਜੀ। ਪਰ ਬਾਬਾ ਮੋਹਨ ਜੀ ਚੈੱਕ ਕਰਦੇ ਜੀ। ਹਾਂਜੀ। ਕੋਈ ਬੰਦਾ ਕਿੰਨਾ ਕੁ ਸ਼ਾਂਤ ਹੈ, ਕਹਿੰਦੇ ਤੀਲ ਲਾ ਕੇ ਵੇਖਣਾ ਪੈਂਦਾ ਹੈ ਜੀ, ਕਿੰਨੀ ਕੁ ਸ਼ਾਂਤੀ ਹੈ ਇਹਦੇ ਅੰਦਰ ਜੀ। ਤੇ ਬਾਬਾ ਮੋਹਨ ਜੀ ਕਹਿਣ ਲੱਗੇ ਪਹਿਲਾਂ ਤੇ ਗੁਰਤਾ ਗੱਦੀ ਲੈ ਲਈ, ਹੁਣ ਪੋਥੀਆਂ ਵੀ ਲੈਣ ਆ ਗਏ ਜੇ ਸਾਡੇ ਕੋਲੋਂ, ਬਾਣੀ ਵੀ ਲੈਣ ਆ ਗਏ ਹੋ। ਹਾਂਜੀ। ਅਪਰ ਯਤਨ ਕਰ ਰਹਿਓ ਨਾ ਬਸ ਕੁਛ ਚਾਲਿਓ। ਕਹਿੰਦੇ ਤੁਹਾਡੇ ਬੰਦੇ ਪਹਿਲਾਂ ਵੀ ਆਏ ਸੀਗੇ। ਗੱਜ ਕੇ ਆਖੋ ਵਾਹਿਗੁਰੂ। ਮੈਨੂੰ ਪਤਾ, ਕਹਿਣ ਲੱਗੇ ਪਹਿਲਾਂ ਵੀ ਆਉਂਦੇ ਰਹੇ ਇੱਥੇ। ਹਾਂਜੀ। ਹੋ ਭੂਤਲ ਬੈਠ ਗਲੀਨ ਪਖੰਡ ਵਿਸਾਲਿਓ। ਹੁਣ ਗਲੀ 'ਚ ਬੈਠ ਗਏ ਹੋ, ਭੁੰਜੇ ਆ ਕੇ ਬੈਠ ਗਏ ਹੋ, ਨਵਾਂ ਕੰਮ ਸ਼ੁਰੂ ਕਰ ਲਿਆ ਕਹਿਣ ਲੱਗੇ ਤੁਸੀਂ। ਮਤਲਬ ਬੜੇ ਸਖਤ ਜਿਹੇ ਬਚਨ ਕੀਤੇ ਜੀ ਬਾਬਾ ਮੋਹਨ ਜੀ ਨੇ, ਵੇਖਣ ਵਾਸਤੇ ਗੁਰੂ ਅਰਜਨ ਦੇਵ ਜੀ ਕਿੰਨੀ ਕੁ ਨਿਮਰਤਾ ਵਾਲੇ ਨੇ। ਰਿਸ਼ਤੇਦਾਰੀ ਦਾ ਵੀ ਮਾਣ ਹੈ ਨਾ ਵੀ ਮੈਂ ਮਾਮਾ ਹੈਗਾ ਇਹਨਾਂ ਦਾ, ਉਮਰ 'ਚ ਵੀ ਵੱਡਾ ਹੈ। ਹਾਂਜੀ। ਨਿਰਗੁਣ ਬਹੀਨੋ ਲਾਜ ਨਿਸ਼ੰਕ ਸਮਾਇਆ ਜਹ ਕਹਿ ਢੀਠ ਕਰਮ ਕਰੇ ਨਾ ਸ਼ਰਮਾਇਆ। ਤੇ ਬਾਬਾ ਮੋਹਨ ਜੀ ਹੋਰ ਸਖਤ ਬੋਲਦੇ, ਮੈਨੂੰ ਡਰ ਲੱਗਦਾ ਜੀ। ਉਹ ਤੇ ਆਪਸ 'ਚ ਕਹਿ ਸਕਦੇ ਆ ਜੀ। ਕਹਿਣ ਲੱਗੇ ਜਿੱਥੇ ਕਿੱਥੇ ਨਹੀਂ ਹੈਗੇ, ਤੁਸੀਂ ਆ ਕੇ ਬਹਿ ਜਾਂਦੇ ਜੇ। ਬੜੇ ਸਖਤ ਬੋਲੇ ਜੀ ਉਹਨਾਂ ਨੇ। ਹਾਂਜੀ। ਭਿਓ ਨਾ ਜਾਣਹਿ ਤੋਹੇ ਠਗਤ ਹੈ ਜਗਤ ਕੋ। ਲੋਕਾਂ ਨੂੰ ਨਹੀਂ ਨਾ, ਲੋਕਾਂ ਨੂੰ ਨਹੀਂ ਤੁਹਾਡੇ ਬਾਰੇ ਪਤਾ ਕਹਿਣ ਲੱਗੇ। ਫਿਰ ਪੜ੍ਹਦੇ ਹੋ ਪੰਗਤੀ ਸਾਰੀ। ਭਿਓ ਨਾ ਜਾਣੈ ਤੋਹੇ ਠਗਤ ਹੈ ਜਗਤ ਕੋ। ਤੇ ਤੁਸੀਂ ਜਗਤ ਆਪਣੇ ਮਗਰ ਲਾਇਆ ਸਾਰਾ। ਹੋ ਸਦਾ ਦਿਖਾਏ ਅਧੀਨ ਆਪਨ ਭੋ ਭਗਤ ਕੋ। ਆਪਣੇ ਆਪ ਨੂੰ ਭਗਤੀ ਵਾਲਾ ਵਖ ਕੇ ਲੋਕ ਤੁਸੀਂ ਆਪਣੇ ਮਗਰ ਲਾ ਲਿਆ। ਗੱਜ ਕੇ ਆਖੋ ਵਾਹਿਗੁਰੂ। ਅਸਲ 'ਚ ਚੈੱਕ ਕਰ ਰਹੇ ਨੇ ਨਾ ਵੀ ਮਹਾਰਾਜ ਕਿੱਥੋਂ ਬਚਨ ਕਰਦੇ।
ਹਾਂਜੀ। ਨਿੰਦਾ ਉਸਤਤ ਬਿਆਜ ਬਚਨ ਮੋਹਨ ਕਹੇ। ਤੇ ਬਹੁਤ ਨਿੰਦਿਆ ਤੇ ਉਸਤਤ ਵਾਲੀਆਂ ਗੱਲਾਂ ਕੀਤੀਆਂ ਜੀ। ਕਰ ਤੇ ਨਿੰਦਿਆ ਹੀ ਰਹੇ ਨੇ ਉੱਤੋਂ ਉੱਤੋਂ ਜੀ, ਪਰ ਇਹਦੇ ਵਿੱਚ ਵੀ ਉਸਤਤ ਹੈਗੀ ਹੈ ਜੀ। ਕੀ ਉਸਤਤ ਹੈ? ਅਸੀਂ ਆਪਣੇ ਪਿਤਾ ਜੀ ਦੀ ਸੇਵਾ ਨਹੀਂ ਕੀਤੀ, ਤੁਹਾਡੇ ਪਿਤਾ ਨੇ ਸਾਡੇ ਪਿਤਾ ਦੀ ਸੇਵਾ ਕਰਕੇ ਵਡਿਆਈ ਲੈ ਲਈ ਹੈ। ਕਹਿਣ ਲੱਗੇ ਤਿੰਨਾਂ ਭਰਾਵਾਂ ਵਿੱਚੋਂ ਤੁਸੀਂ ਅੱਗੋਂ ਵਡਿਆਈ ਲਈ ਹੈ, ਇਹ ਉਸਤਤ ਹੈ ਜੀ ਵਿੱਚ ਜੀ। ਕਹਿੰਦੇ ਨਿੰਦਾ ਉਸਤਤ ਬਿਆਜ ਬਚਨ ਮੋਹਨ ਕਰੇ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਮੋਹਨ ਜੀ ਨੇ ਨਿੰਦਿਆ ਉਸਤਤ ਦੇ ਬਚਨ ਕੀਤੇ ਜੀ। ਹਾਂਜੀ। ਗੁਰ ਅਰਜਨ ਹੀ ਜਾਨ ਅਪਰ ਨਹਿ ਕਿਸ ਲਹੇ। ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਾਣੀ ਜਾਣ ਪਤਾ ਵੀ ਇਹ ਸਾਨੂੰ ਚੈੱਕ ਕਰ ਰਹੇ ਨੇ ਜੀ। ਤੁਸੀਂ ਕਥਾ ਸੁਣੀ ਨਾ, ਬਾਬਾ ਸ੍ਰੀ ਚੰਦ ਜੀ ਨੇ ਵੀ ਚੈੱਕ ਕੀਤਾ ਸੀਗਾ ਜੀ। ਤੇ ਗੁਰੂ ਅਰਜਨ ਸਾਹਿਬ ਜਾਣ ਗਏ ਵੀ ਬਾਬਾ ਮੋਹਨ ਜੀ ਸਾਨੂੰ ਵੇਖ ਰਹੇ, ਜਾਂਚ ਰਹੇ, ਪਰਖ ਲੈ ਰਹੇ ਨੇ ਸਾਡੀ। ਹਾਂਜੀ। ਸੁਨਤ ਤੰਬੂਰਾ ਹਾਥ ਬਹੁਰ ਗਾਵਨ ਕਰਿਓ। ਮਹਾਰਾਜ ਨੇ ਤੇ ਬਾਬਾ ਮੋਹਨ ਜੀ ਨੂੰ ਤੇ ਉੱਤਰ ਨਹੀਂ ਦਿੱਤਾ ਜੀ। ਤੰਬੂਰਾ ਫੜਿਆ, ਫਿਰ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੱਤਾ ਜੀ। ਹਾਂਜੀ। ਹੋ ਜਿਸ ਮੈਂ ਕੀਰਤ ਦੀਹੀ ਸ਼ਰਵਨ ਮੈਂ ਰਵ ਪਰਿਓ। ਗੱਜ ਕੇ ਆਖੋ ਜਿਹਦੇ ਵਿੱਚ ਬਾਬਾ ਮੋਹਨ ਜੀ ਦੀ ਹੋਰ ਸਿਫਤ ਸ਼ੁਰੂ ਕਰ ਦਿੱਤੀ ਜੀ। ਦੋਹੀਂ ਪਾਸੇ ਦੀ, ਬਾਬਾ ਮੋਹਨ ਜੀ ਵਾਲੇ ਪਾਸੇ ਵੀ ਤੇ ਕਰਤਾ ਪੁਰਖ ਜੀ ਨਾਲ ਵੀ ਜੀ। ਹਾਂਜੀ। ਸ਼੍ਰੀ ਮੁਖ ਵਾਕ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਗੱਜ ਕੇ ਆਖੋ ਵਾਹਿਗੁਰੂ। ਬਾਬਾ ਜੀ ਹੋਣੀ ਤੇ ਸਖਤ ਬੋਲ ਰਹੇ ਨੇ, ਪਰ ਮਹਾਰਾਜ ਅੱਗੋਂ ਨਿਮਰਤਾ ਨਾਲ ਗਾਉਣ ਲੱਗ ਪਏ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਕਹਿੰਦੇ ਜਿਹੜੀਆਂ ਤੁਹਾਡੀਆਂ ਗੱਲਾਂ ਨੇ ਇਹਦੀ ਤੇ ਉਪਮਾ ਹੀ ਨਹੀਂ ਕਿਸੇ ਨਾਲ ਦਿੱਤੀ ਜਾ ਸਕਦੀ ਹੈ। ਤੁਹਾਡੀ ਚਾਲ ਤੇ ਬੜੀ ਨਿਰਾਲੀ ਹੈਗੀ ਹੈ। ਹਾਂਜੀ। ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਗੱਜ ਕੇ ਆਖੋ ਤੇ ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਕਹਿਣ ਲੱਗੇ ਇਹ ਬਾਬਾ ਮੋਹਨ ਜੀ ਤੁਸੀਂ ਇੱਕ ਵਾਹਿਗੁਰੂ ਨੂੰ ਮੰਨਦੇ, ਹੋਰ ਤੁਹਾਡੇ ਮਨ 'ਚ ਕੁਝ ਨਹੀਂ ਆਉਂਦਾ। ਕਹਿਣ ਲੱਗੇ ਤੁਹਾਡੇ ਤੇ ਬਚਨ ਹੀ ਬੜੇ ਮਿੱਠੇ ਨੇ। ਹਾਂਜੀ। ਮਨ ਹੈ ਤਾਂ ਏਕ ਅਲੇਖ ਠਾਕੁਰ ਜਨ ਹੈ ਸਭ ਕਲ ਧਾਰੀਆ। ਹਾਂਜੀ। ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਤੂੰ ਆਪ ਚੱਲਿਆ ਆਪ ਰਲਿਆ ਰਹਿਆ ਆਪ ਸਭ ਕਲ ਧਾਰੀਆ। ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸ਼ਰਨ ਤੁਮਾਰੀਆ। ਆਖੋ ਵਾਹਿਗੁਰੂ। ਵਾਹ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਨਿਮਰਤਾ ਦੇ ਨਾਲ ਫਿਰ ਸ਼ਬਦ ਪੜ੍ਹਤਾ ਜੀ, ਜਿਹਦੇ ਵਿੱਚ ਬਾਬਾ ਮੋਹਨ ਜੀ ਦੀ ਬੋਲੀ ਦਾ ਹੀ ਜ਼ਿਕਰ ਕਰ ਦਿੱਤਾ ਜੀ। ਬਾਬਾ ਜੀ ਤੁਹਾਡੀ ਤੇ ਬੋਲੀ ਬੜੀ ਮਿੱਠੀ ਹੈ। ਅਸਲ ਵਿੱਚ ਨਾ ਗੁਰੂ ਅਰਜਨ ਦੇਵ ਮਹਾਰਾਜ ਅੰਦਰੋਂ ਗੱਲ ਸਮਝ ਗਏ ਵੀ ਬਾਬਾ ਮੋਹਨ ਜੀ ਕਿੱਥੋਂ ਬੋਲ ਰਹੇ ਨੇ ਜੀ। ਬਾਹਰ ਵਾਲੇ ਬੰਦੇ ਕਹਿਣਗੇ ਜੀ ਵੇਖੋ ਇਹ ਕਿਵੇਂ ਦੀ ਬੋਲੀ ਬੋਲਦੇ, ਜਿਹੜਾ ਬਾਹਰ ਮੁਖੀ ਬਿਰਤੀ ਦਾ। ਪਰ ਗੁਰੂ ਅਰਜਨ ਸਾਹਿਬ ਸਮਝ ਗਏ ਸਾਰੀ ਗੱਲ ਜੀ। ਇਸ ਕਰਕੇ ਮਹਾਰਾਜ ਨੇ ਇਹ ਬਚਨ ਕੀਤਾ ਜੀ। ਬਾਣੀ ਦਾ ਸ਼ਬਦ ਪੜ੍ਹਿਆ, ਲਓ ਉਹ ਸ਼ਬਦ ਐਸਾ ਪੜ੍ਹਿਆ ਬਾਬਾ ਮੋਹਨ ਜੀ ਦਾ ਮਨ ਹੀ ਬਦਲ ਦਿੱਤਾ ਸਾਰਾ ਜੀ। ਮਨ ਹੀ ਬਦਲ ਦਿੱਤਾ ਜੀ। ਹਾਂਜੀ। ਚੌਪਈ ਇਮ ਸੁਨ ਕਰ ਜਸ ਆਪਨ ਕੇਰਾ ਭਇਓ ਪ੍ਰਸੰਨ ਕਿਰਪਾਲ ਕਨੇਰਾ। ਬਾਬਾ ਮੋਹਨ ਜੀ ਵਿਚਾਰ ਕਰਦੇ ਵੀ ਮੈਂ ਇਹਨਾਂ ਦੀ ਪਰਖ ਲੈ ਰਿਹਾ, ਮੈਂ ਇਹਨਾਂ ਨਾਲ ਸਖਤ ਬੋਲ ਰਿਹਾ, ਇਹ ਮੇਰੇ ਨਾਲ ਮਿੱਠੇ ਬੋਲ ਰਹੇ ਨੇ, ਬਾਣੀ ਬਣਾ ਰਹੇ ਨੇ। ਧੰਨ ਨੇ, ਬੜੀ ਵੱਡੀ ਗੱਲ ਹੈਗੀ ਜੀ। ਐਵੇਂ ਥੋੜੀ ਮਹਾਰਾਜ ਕਹਿੰਦੇ ਗਰੀਬੀ ਗਦਾ ਹਮਾਰੀ, ਇਹ ਮੇਰੇ ਨਾਲ ਮਿੱਠੇ ਬੋਲ ਰਹੇ, ਇਹਦਾ ਅਸਰ ਪੈਂਦਾ ਹੈ ਜੀ। ਗੱਜ ਕੇ ਆਖੋ ਵਾਹ। ਕਹਿੰਦੇ ਤੁਹਾਡੇ ਲਈ ਕੋਈ ਬੰਦਾ ਬਹੁਤ ਮਾੜਾ ਸੋਚੇ, ਬੜੀ ਈਰਖਾ ਰੱਖੇ ਜੀ। ਆਮ ਹੀ ਸੰਸਾਰ ਵਿੱਚ ਜਗਤ ਵਿੱਚ ਸੰਗਤ ਜੀ ਈਰਖਾ ਚੱਲਦੀ ਰਹਿੰਦੀ ਹੈ ਜੀ। ਜਿਹੜਾ ਤੁਹਾਡੇ ਨਾਲ ਕਰੇ ਨਾ ਈਰਖਾ,
ਤੁਸੀਂ ਉਹਦੇ ਭਲੇ ਦੀ ਅਰਦਾਸ ਕਰਨੀ ਸ਼ੁਰੂ ਕਰ ਦਿਓ, ਉਹਦਾ ਮਨ ਆਪੇ ਹੀ ਬਦਲ ਜਾਏਗਾ ਜੀ। ਉਹਦਾ ਮਨ ਆਪੇ ਹੀ ਬਦਲ ਜਾਏਗਾ। ਕਿਉਂ? ਤੁਹਾਡੇ ਮਨ ਚੋਂ ਨਿਕਲੀ ਚੰਗੀ ਕਿਰਨ ਜਿਹੜੀ ਹੈ ਨਾ, ਉਹਦੇ ਮਨ ਤੇ ਅਸਰ ਪਾਏਗੀ। ਆਖੋ ਵਾਹਿਗੁਰੂ ਵਾਹਿਗੁਰੂ। ਬਾਬਾ ਮੋਹਨ ਜੀ ਵਿਚਾਰ ਕਰਦੇ ਆ ਵੀ ਇਹ ਤੇ ਮੇਰਾ ਹੀ ਜਸ ਕਰੀ ਜਾਂਦੇ ਅੱਗੋਂ। ਤੇ ਬਾਬਾ ਮੋਹਨ ਜੀ ਫਿਰ ਖੁਸ਼ ਹੋ ਗਏ ਜੀ, ਖੁਸ਼ ਹੋ ਗਏ ਜੀ। ਸਿਫਤ ਵੱਡਿਆਂ ਵੱਡਿਆਂ ਨੂੰ ਖੁਸ਼ ਕਰ ਦਿੰਦੀ ਸੰਗਤ ਜੀ। ਤੇ ਜੇ ਬੰਦਾ ਵਾਹਿਗੁਰੂ ਦੀ ਸਿਫਤ ਕਰੇ ਤੇ ਵਾਹਿਗੁਰੂ ਜੀ ਕਿਉਂ ਨਹੀਂ ਖੁਸ਼ ਹੋਣਗੇ? ਹਾਂਜੀ। ਮਨ ਮਹਿ ਲਾਗ ਵਿਚਾਰਨ ਮੋਹਨ, ਚਤਰ ਗੁਰੂ ਮੂਰਤ ਇਹ ਸੋਹਨ। ਬਾਬਾ ਮੋਹਨ ਜੀ ਨੇ ਵਿਚਾਰ ਕੀਤੀ, ਮੈਂ ਜਿਨ੍ਹਾਂ ਦੀ ਪਰਖ ਲੈ ਰਿਹਾ ਸਾਂ ਨਾ, ਬਿਲਕੁਲ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ 4 ਰੂਪਾਂ ਵਰਗੇ ਫਿਰ 5ਵੇਂ ਰੂਪ ਹਨ ਕਹਿਣ ਲੱਗੇ। ਇਹਨਾਂ 'ਚ ਫਰਕ ਨਹੀਂ ਹੈਗਾ ਕਹਿਣ ਲੱਗੇ। ਮੈਂ ਤਾਂ ਕਿਹਾ ਸੀ ਉਮਰ ਛੋਟੀ ਹੈ, ਮੇਰੇ ਭਾਣਜੇ ਨੇ, ਪਰ ਨਹੀਂ, ਇਹ ਗੁਰੂ ਨਾਨਕ ਸਾਹਿਬ ਦਾ ਰੂਪ ਨੇ। ਹਾਂਜੀ। ਕ੍ਰੋਧ ਈਰਖਾ ਆਦ ਵਿਕਾਰਾ, ਇਨ ਮੈਂ ਕੋ ਨਹਿ ਪਰੈ ਨਿਹਾਰਾ। ਤੇ ਸਾਧ ਸੰਗਤ ਜੀ, ਬਾਬਾ ਜੀ ਮਨ 'ਚ ਵਿਚਾਰ ਕਰਦੇ ਵੀ ਕ੍ਰੋਧ ਈਰਖਾ ਆਦ ਜਿਹੜੇ ਵਿਕਾਰ ਹਨ, ਇਹਨਾਂ ਵਿੱਚੋਂ ਵਾਹਿਗੁਰੂ ਇਹਨਾਂ ਵਿੱਚ ਕੋਈ ਵੀ ਦਿਖਾਈ ਨਹੀਂ ਦਿੰਦਾ ਬੰਦੇ ਨੂੰ। ਅੱਜ ਕੇ ਆਖੋ ਵਾਹਿਗੁਰੂ। ਕੋਈ ਕਿਸੇ ਦਾ ਸਤਿਕਾਰ ਨਹੀਂ ਰਹਿੰਦਾ ਜੀ। ਕ੍ਰੋਧ ਵਿੱਚ, ਈਰਖਾ 'ਚ, ਪਰ ਇਹਨਾਂ 'ਚ ਤੇ ਕ੍ਰੋਧ ਈਰਖਾ ਹੈ ਹੀ ਨਹੀਂ ਹੈ। ਭਾਵ ਕ੍ਰੋਧ ਤੇ ਈਰਖਾ ਇਹਨਾਂ ਦੇ ਵਿੱਚ ਨਹੀਂ ਵੇਖ ਰਹੀ ਮੈਨੂੰ। ਮੈਂ ਗੁੱਸੇ ਵਾਲੇ ਬੋਲ ਬੋਲੇ, ਇਹਨਾਂ ਨੂੰ ਗੁੱਸਾ ਹੀ ਨਹੀਂ ਅੱਗੋਂ ਚੜਿਆ ਜੀ। ਹਾਂਜੀ। ਕਰੇ ਸ਼ਤੁਰਤਾ ਸੋ ਪਛਤਾਵੈ, ਸੇਵੈ ਪ੍ਰੀਤ ਸਕਲ ਸੁਖ ਪਾਵੈ। ਇਹਨਾਂ ਦੇ ਨਾਲ ਜਿਹੜਾ ਵਿਰੋਧ ਰੱਖੇਗਾ ਉਹ ਦੁਖੀ ਹੋਏਗਾ ਜੀ। ਇਹ ਬਾਬਾ ਮੋਹਨ ਜੀ ਨਾ ਆਪਣੇ ਮਨ 'ਚ ਸੋਚ ਰਹੇ ਸਾਰੀਆਂ ਗੱਲਾਂ ਜੀ। ਹਾਂਜੀ। ਕਟਕ ਬਾਕ ਸੁਨ ਕੈ ਅਬ ਮੇਰੇ, ਰਹੇ ਅਸ਼ੋਭ ਸਿੰਧ ਸਮਹੇਰੇ। ਕਿ ਮੈਂ ਇੰਨੇ ਕਠੋਰ ਬੋਲ ਇਹਨਾਂ ਦੇ ਨਾਲ ਬੋਲੇ, ਇਹ ਫਿਰ ਵੀ ਸ਼ਾਂਤ ਨੇ। ਜਿਵੇਂ ਸਾਗਰ ਸ਼ਾਂਤ ਹੁੰਦਾ ਹੈ, ਇਹ ਫਿਰ ਵੀ ਸ਼ਾਂਤ ਨੇ। ਹਾਂਜੀ। ਸ਼ਾਂਤ ਹਿਰਦਾ ਸਮਤਾ ਮੁਝ ਸਾਥ, ਗਾਏ ਸ਼ਬਦ ਸ਼੍ਰੀ ਅਰਜਨ ਨਾਥ। ਗੱਜ ਕੇ ਆਖੋ। ਤੇ ਕਹਿਣ ਲੱਗੇ ਸ਼ਾਂਤ ਹਿਰਦਾ ਹੈ ਤੇ ਮੇਰੀ ਤੇ ਇਹਨਾਂ ਦੀ ਕੀ ਬਰਾਬਰੀ ਹੈਗੀ? ਕਹਿਣ ਲੱਗੇ। ਗੱਜ ਕੇ ਆਖੋ। ਮੈਂ ਈਰਖਾ 'ਚ ਬੋਲ ਰਿਹਾ, ਇਹ ਸ਼ਾਂਤੀ 'ਚ ਬੋਲ ਰਹੇ ਨੇ ਜੀ। ਹਾਂਜੀ। ਸ਼੍ਰੀ ਗੁਰ ਅਮਰ ਪਿਤਾ ਕੇ ਬੈਨ, ਕੀਨ ਬਿਗਾਰ ਜੇ ਮਾਨੇ ਮੈਨਾ। ਤੇ ਬਾਬਾ ਮੋਹਨ ਜੀ ਆਖਰ ਪੁੱਤਰ ਤੇ ਗੁਰੂ ਅਮਰਦਾਸ ਜੀ ਨੇ ਨਾ ਜੀ। ਗੁਰੂ ਅਮਰਦਾਸ ਜੀ ਦੇ ਪੁੱਤਰ ਨੇ, ਕੋਈ ਛੋਟੀ ਗੱਲ ਥੋੜੀ ਹੈ। ਬਾਬਾ ਮੋਹਨ ਜੀ ਵਿਚਾਰ ਕਰਦੇ ਐ, ਇੱਕ ਵਾਰੀ ਤੇ ਮੈਂ ਅੱਗੇ ਹੀ ਕੰਮ ਵਿਗਾੜ ਬੈਠਾ ਜੀ। ਕਦੋਂ? ਜਦੋਂ ਗੁਰੂ ਅਮਰਦਾਸ ਜੀ ਕਹਿੰਦੇ ਸੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕੋ, ਤੇ ਮੈਂ ਟੇਕਿਆ ਨਹੀਂ ਸੀਗਾ। ਹਾਂਜੀ। ਅਬ ਨਹਿ ਉਚਿਤ ਬਿਗਾਰਨ ਬਾਤੀ। ਪਰ ਹੁਣ ਨਹੀਂ ਮੈਨੂੰ ਵਿਗਾੜਨਾ ਚਾਹੀਦਾ ਕੰਮ। ਹੁਣ ਜੇ ਆਏ ਐ, ਇਹਨਾਂ ਨੂੰ ਪੋਥੀਆਂ ਦੇ ਦੇਣੀਆਂ ਚਾਹੀਦੀਆਂ ਨੇ। ਹਾਂਜੀ। ਕਰੋ ਸੁਧਾਰਨ ਹੋਏ ਸੁਖ ਸ਼ਾਂਤੀ। ਹੁਣ ਮੈਂ ਆਪਣੇ ਸੰਬੰਧ ਜਿਹੜੇ ਆ ਨਾ, ਉਹ ਸੁਧਾਰ ਲੈਣੇ ਆ, ਤੇ ਸੁਖ ਸ਼ਾਂਤੀ ਬਣੀ ਰਵੇ ਜੀ। ਸੁਖ ਸ਼ਾਂਤੀ ਬਣੀ ਰਵੇ। ਕਿਸੇ ਚੰਗੇ ਹਿਰਦੇ ਵਿੱਚ ਇਹੋ ਜਿਹੀ ਵਿਚਾਰ ਹੁੰਦੀ ਜੇ, ਨਹੀਂ ਤੇ ਈਰਖਾ ਵੈਰ ਵਿਰੋਧ ਬੰਦਾ ਵਧਾ ਕੇ ਹੀ ਖੁਸ਼ ਹੈਗਾ ਜੀ ਆਪਣੇ। ਕੱਜ ਕੇ ਆਖੋ ਵਾਹਿਗੁਰੂ। ਵੇਖੀ ਤਾਂ ਜੀ 50-50 ਸਾਲ ਬੰਦਾ ਈਰਖਾ ਨਹੀਂ ਛੱਡਦਾ ਜੀ। 50-50 ਸਾਲ ਬੰਦਾ ਗੁੱਸਾ ਨਹੀਂ ਛੱਡਦਾ ਜੀ। ਬਾਬਾ ਜੀ ਸੋਚਦੇ ਹੁਣ ਮੈਂ ਗੱਲ ਬਣ ਕੇ ਨਾ ਇਹਨਾਂ ਦੀ ਆਪਸੀ ਸੰਬੰਧ ਵਧੀਆ ਕਰ ਲੈਣੇ ਨੇ। ਹਾਂਜੀ। ਜਗ ਮਹਿ ਨਿੰਦਾ ਪੂਰਬ ਲਈ। ਅੱਗੇ ਤੇ ਜਗਤ 'ਚ ਲੋਕ ਮੇਰੀ ਨਿੰਦਿਆ ਕਰਦੇ ਆ, ਕਹਿੰਦੇ ਇਹਨਾਂ ਨੇ ਮੱਥਾ ਨਹੀਂ ਸੀ ਟੇਕਿਆ ਗੁਰੂ ਰਾਮਦਾਸ ਜੀ ਨੂੰ। ਹਾਂਜੀ। ਅਬ ਸੁਧਰੈ ਗੁਰਬਾਣੀ ਦਈ। ਹੁਣ ਸੰਬੰਧ ਜਿਹੜੇ ਆ ਨਾ ਉਹ ਵਧੀਆ ਹੋ ਜਾਣਗੇ ਜਦੋਂ ਮੈਂ ਗੁਰੂ ਦੀ ਬਾਣੀ ਦੀਆਂ ਪੋਥੀਆਂ ਇਹਨਾਂ ਨੂੰ ਦੇ ਦਿਆਂਗਾ। ਹਾਂਜੀ। ਇਮ ਵਿਚਾਰ ਕਰ ਲੈ ਕਰ ਪੋਥੀ, ਮਤ ਤਜ ਦੀਨ ਪ੍ਰੇਮ ਤੇ ਥੋਥੀ। ਗੱਜ ਕੇ ਆਖੋ। ਤੇ ਸੰਗਤ ਜੀ, ਬਾਬਾ ਮੋਹਨ ਜੀ ਦਾ ਮਨ ਦਰਵੀਭੂਤ ਹੋ ਗਿਆ। ਉਹਨਾਂ ਵੇਖ ਲਿਆ ਗੁਰੂ ਅਰਜਨ ਸਾਹਿਬ ਮੈਂ ਭਣੇਵਾ ਹੀ ਸਮਝਦਾ, ਭਣੇਵਾ ਨਹੀਂ, ਇਹ ਰੱਬ ਹੀ ਨੇ ਧਰਤੀ ਤੇ। ਅੰਮ੍ਰਿਤ ਬਚਨ ਜੋ ਸੁਣਾਏ ਮਹਾਰਾਜ ਨੇ।
ਇਹ ਤਾਂ ਖੁਦ ਰੱਬ ਨੇ। ਸਤਿਗੁਰ ਦੇਵ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਹਰ ਮੂਰਤ ਗੱਜ ਕੇ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਫਿਰ ਗੱਲ ਧਿਆਨ ਨਾਲ ਸੁਣ ਲਿਓ ਜੀ। ਗੁਰੂ ਅਰਜਨ ਦੇਵ ਮਹਾਰਾਜ ਆਪ ਰੱਬ ਨੇ ਜੀ। ਬਾਬਾ ਮੋਹਨ ਜੀ ਚੁਬਾਰੇ 'ਚ ਬੈਠੇ ਕੌੜਾ ਬੋਲ ਬੋਲ ਕੇ ਵੇਖ ਲਿਆ। ਮਹਾਰਾਜ ਨੇ ਫਿਰ ਅੰਮ੍ਰਿਤ ਬਾਣੀ ਸੁਣਾਈ। ਬਾਬਾ ਮੋਹਨ ਜੀ ਨੇ ਸੋਚਿਆ ਨਹੀਂ ਇਹ ਰੱਬ ਨੇ, ਐਵੇਂ ਹੀ ਮੈਂ ਈਰਖਾ ਕਰੀ ਜਾਂਦਾ। ਮਹਾਰਾਜ ਦੀ ਸ਼ਖਸੀਅਤ ਐਸੀ ਹੈ। ਬਾਬਾ ਮੋਹਨ ਜੀ ਵਿਚਾਰ ਕਰਦੇ ਜਿਹੜਾ ਇਹਨਾਂ ਨਾਲ ਈਰਖਾ ਦਵੈਸ਼ ਰੱਖੇਗਾ ਉਹ ਦੁਖੀ ਹੋਏਗਾ। ਕਿਉਂ? ਇਹ ਤਾਂ ਆਪ ਰੱਬ ਪਰਮੇਸ਼ਰ ਹਨ। ਸਤਿਗੁਰ ਦੇਵ ਪਰਤਖ ਹਰ ਮੂਰਤ, 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 ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਗੁਰਬਾਣੀ ਤੇ ਬੜੇ ਬੜੇ ਕਠੋਰ ਹਿਰਦਿਆਂ ਨੂੰ ਵੀ ਨਰਮ ਕਰ ਦਿੰਦੀ ਜੀ। ਬਾਬਾ ਮੋਹਨ ਜੀ ਤਾਂ ਪਹਿਲਾਂ ਹੀ ਭਗਤੀ ਵਾਲੇ ਆ ਜੀ। ਬਾਬਾ ਜੀ ਦਾ ਮਨ ਨਰਮ ਹੋ ਗਿਆ ਜੀ। ਕੀ ਕੀਤਾ ਜੀ? ਇਮ ਵਿਚਾਰ, ਇਮ ਵਿਚਾਰ ਕਰ ਲੈ ਕਰ ਪੋਥੀ, ਵੀ ਮੈਂ ਪੋਥੀਆਂ ਦੇ ਦੇਣੀਆਂ ਤੇ ਮੈਂ ਇਹਨਾਂ ਨਾਲ ਸੁਖ ਸ਼ਾਂਤੀ ਵਾਲੇ ਸੰਬੰਧ ਰੱਖਣੇ। ਇਹ ਵਿਚਾਰ ਕਰਕੇ ਗੁਰਬਾਣੀ ਦੀਆਂ ਪੋਥੀਆਂ ਲਈਆਂ ਜੀ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ। ਉਹ ਪੋਥੀ ਕਿਸੇ ਸਮੇਂ ਗੁਰੂ ਅੰਗਦ ਸਾਹਿਬ ਜੀ ਕੋਲ ਹੁੰਦੀ ਸੀਗੀ ਜੀ। ਫਿਰ ਜਿਸ ਪੋਥੀ 'ਚ ਗੁਰੂ ਅੰਗਦ ਦੇਵ ਜੀ ਦੀ ਬਾਣੀ ਹੈ, ਇਹ ਦੋਵੇਂ ਪੋਥੀਆਂ ਕਿਸੇ ਸਮੇਂ ਗੁਰੂ ਅਮਰਦਾਸ ਜੀ ਕੋਲ ਹੁੰਦੀਆਂ ਸੀ। ਫਿਰ ਜਿਸ ਪੋਥੀ 'ਚ ਗੁਰੂ ਅਮਰਦਾਸ ਜੀ ਦੀ ਬਾਣੀ, ਇਹ ਸਾਰੀਆਂ ਪੋਥੀਆਂ ਲਈਆਂ। ਮਤ ਤਜ ਦੀਨ ਪ੍ਰੇਮ ਤੇ ਥੋਥੀ, ਤੇ ਉਹ ਜਿਹੜੀ ਪਿਆਰ ਤੋਂ ਖਾਲੀ ਮੱਤ ਸੀ ਨਾ, ਉਹ ਬਾਬਾ ਮੋਹਨ ਜੀ ਨੇ ਛੱਡ ਦਿੱਤੀ ਜੀ। ਪ੍ਰੇਮ ਵਾਲੀ ਮੱਤ ਧਾਰਨ ਕਰ ਲਈ ਜੀ। ਅੰਮ੍ਰਿਤ ਬਚਨਾਂ ਦਾ, ਬਾਣੀ ਦਾ ਅਸਰ ਉਹਨਾਂ ਦੇ ਹਿਰਦੇ ਤੇ ਇੰਨਾ ਪਿਆ ਜੀ। ਹਾਂਜੀ, ਨਿਜ ਚੁਬਾਰੇ ਬਾਹਰ ਆਇਓ। ਤੇ ਫਿਰ ਕੀ ਸੀਗਾ ਜੀ? ਬਾਬਾ ਮੋਹਨ ਜੀ ਆਪਣੇ ਚੁਬਾਰੇ ਚੋਂ ਬਾਹਰ ਨਿਕਲੇ ਜੀ। ਹਾਂਜੀ, ਸ਼੍ਰੀ ਅਰਜਨ ਕੋ ਤਬ ਦਰਸਾਇਓ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਵਾਜ ਜੀ ਦੇ ਹੇਠਾਂ ਉਤਰ ਕੇ ਗਲੀ ਵਿੱਚ ਆ ਕੇ ਦਰਸ਼ਨ ਕੀਤੇ ਜੀ। ਬਾਬਾ ਜੀ ਬਸਤਰ ਘੱਟ ਹੀ ਪਾਉਂਦੇ ਸੀਗੇ ਤਨ ਤੇ ਜੀ, ਘੱਟ ਹੀ ਬਸਤਰ ਪਾਏ ਜੀ। ਤੇੜ ਬਸ ਉਹ ਲੰਗੋਟ ਹੀ ਰੱਖਦੇ ਸੀਗੇ ਜੀ। ਹਾਂਜੀ, ਚਤਰ ਗੁਰੂ ਕੀ ਜੋਤ ਕਿਰਪਾਲਾ, ਇਨ ਮਝਾਰ ਸੋ ਬਸੈ ਬਿਸਾਲਾ। ਮਨ ਵਿੱਚ ਪਤਾ ਕੀ ਸੋਚਿਆ? ਇਹਨਾਂ ਦੇ ਵਿੱਚ ਚਾਰੇ ਗੁਰੂਆਂ ਦੀ ਜੋਤ ਜਗ ਰਹੀ ਹੈ। ਗੁਰੂ ਅਰਜਨ ਦੇਵ ਜੀ ਵਿੱਚ ਤੇ ਜੋੜੋ ਹੱਥ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਇਹਨਾਂ ਵਿੱਚ ਦਸਾਂ ਦੀ ਜਗ ਰਹੀ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਾਂਜੀ, ਦੇਖ ਸਰੂਪ ਸੋ ਹੋਏ ਪ੍ਰਸੰਨ। ਤੇ ਸਾਧ ਸੰਗਤ ਜੀ ਉਤਰ ਕੇ ਹੇਠਾਂ ਆ ਕੇ ਬਾਬਾ ਮੋਹਨ ਜੀ ਗੁਰੂ ਜੀ ਦੇ ਦਰਸ਼ਨ ਕਰਕੇ ਹੋਰ ਸ਼ਾਂਤ ਹੋ ਗਏ ਤੇ ਖੁਸ਼ ਹੋ ਗਏ ਜੀ। ਗੁਰੂ ਜੀ ਵੀ ਬੜੇ ਪ੍ਰਸੰਨ ਹੋਏ ਜੀ। ਹਾਂਜੀ, ਕਹਿਓ ਕਿ ਸ਼੍ਰੀ ਅਰਜਨ ਤੁਮ ਧੰਨ। ਤੇ ਬਾਬਾ ਮੋਹਨ ਜੀ ਕਹਿਣ ਲੱਗ ਪਏ,
ਹੈ ਗੁਰੂ ਅਰਜਨ ਦੇਵ ਸਾਹਿਬ ਤੁਸੀਂ ਧੰਨ ਹੋ ਕਹਿਣ ਲੱਗੇ। ਆਪਾਂ ਵੀ ਕਹਿ ਦਈਏ ਗੱਜ ਕੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਹਾਂਜੀ। ਸਤਿਗੁਰ ਦੇਖਿਓ ਮੋਹਨ ਆਇਓ। ਜਦੋਂ ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਵੀ ਬਾਬਾ ਮੋਹਨ ਜੀ ਆਏ ਨੇ, ਹਾਂਜੀ, ਪੁਨ ਤੀਜੋ ਪਦ ਸ਼ਬਦ ਅਲਾਇਓ। ਮਹਾਰਾਜ ਨੇ ਫਿਰ ਉਹ ਤੰਬੂਰਾ ਫੜਿਆ ਤੇ ਕੀਰਤਨ ਸ਼ੁਰੂ ਕਰ ਦਿੱਤਾ ਜੀ। ਉਸ ਸ਼ਬਦ ਦਾ ਤੀਸਰਾ ਪਦ ਉਚਾਰਨ ਕੀਤਾ। ਸ੍ਰੀ ਮੁਖ ਵਾਕ ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਪਰਮੇਸ਼ਰ ਮੋਹਨ ਨੂੰ ਕਹਿ ਰਹੇ, ਹੇ ਵਾਹਿਗੁਰੂ ਤੁਹਾਨੂੰ ਸਾਧ ਸੰਗਤ ਧਿਆਉਂਦੀ ਹੈ, ਤੁਹਾਡੇ ਦਰਸ਼ਨਾਂ ਦਾ ਧਿਆਨ ਧਰਦੀ ਹੈ, ਤੁਹਾਡੇ ਦਰਸ਼ਨ ਚਾਹੁੰਦੀ ਹੈ। ਹਾਂਜੀ। ਮੋਹਨ ਜਮ ਨੇੜ ਨ ਆਵੈ ਤੁਧ ਜਪੈ ਨਿਦਾਨਾ। ਹਾਂਜੀ। ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇਕ ਮਨ ਧਿਆਵਹਿ। ਮਨ ਬਚਨ ਕਰਮ ਜੇ ਤੁਧ ਆਰਾਧ ਹੈ ਸੇ ਸਭੇ ਫਲ ਪਾਵਹਿ। ਮਲ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ। ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ। ਤੰਬੂਰਾ ਫੜਿਆ ਤੇ ਮਹਾਰਾਜ ਨੇ ਸ਼ਬਦ ਸੰਪੂਰਨ ਕੀਤਾ ਜੀ। ਜਦੋਂ ਮਹਾਰਾਜ ਗਾਉਣ ਤੇ ਬਾਬਾ ਮੋਹਨ ਜੀ ਦਾ ਮਨ ਹੋਰ ਸ਼ਾਂਤ ਹੋਈ ਜਾਏ ਜੀ, ਹੋਰ ਸ਼ਾਂਤ ਹੋ ਗਿਆ ਜੀ। ਹਾਂਜੀ। ਮਹਾਰਾਜ ਪੰਕਤੀ ਵਿੱਚ ਲਿਖਦੇ ਆ, ਹੇ ਮੋਹਨ ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਵਹਿ। ਹੇ ਵਾਹਿਗੁਰੂ ਜਿਹੜਾ ਮਨ ਬਚਨਾ ਤੇ ਕਰਮਾਂ ਕਰਕੇ ਤੁਹਾਨੂੰ ਧਿਆਉਂਦਾ ਉਹਨੂੰ ਸਾਰੇ ਫਲ ਮਿਲਦੇ ਨੇ। ਭਾਵ ਜਿਹਦਾ ਮਨ ਪਰਮੇਸ਼ਰ ਦੀ ਯਾਦ 'ਚ ਲੱਗਾ ਰਹੇ, ਜਿਹੜਾ ਕੰਮ ਕਰਦਿਆਂ ਵੀ ਵਾਹਿਗੁਰੂ ਜੀ ਦਾ ਨਾਮ ਜਪੇ, ਗੱਲਬਾਤ ਕਰਦਿਆਂ ਵੀ ਵਾਹਿਗੁਰੂ ਜੀ ਦਾ ਨਾਮ ਜਪੇ, ਉਹਨੂੰ ਸਾਰੇ ਫਲ ਮਿਲਦੇ ਆ। ਮਿਲ ਗਿਆ ਕਿ ਨਹੀਂ ਫਲ ਜੀ? ਪਰਮੇਸ਼ਰ ਨੂੰ ਅਰਾਧਿਆ ਕੀਤਾ, ਬਾਣੀ ਦਾ ਕੀਰਤਨ, ਬਾਬਾ ਮੋਹਨ ਦੀ ਹੇਠਾਂ ਉਤਰ ਆਏ ਜੀ। ਆਪੇ ਹੀ ਹੇਠਾਂ ਉਤਰ ਆਏ ਜੀ। ਇਹ ਬਾਣੀ ਦੀ ਤਾਕਤ, ਪਰਮੇਸ਼ਰ ਦੇ ਨਾਮ ਦੀ ਤਾਕਤ ਹੈ। ਹਾਂਜੀ। ਦੋਹਰਾ ਸੁਨਤ ਗਾਇਬੋ ਪ੍ਰੇਮ ਸਮੇਤਾ। ਮਹਾਰਾਜ ਗਰੀਬ ਨਵਾਜ ਜੀ ਨੇ ਬਹੁਤੇ ਹੀ ਪ੍ਰੇਮ ਨਾਲ ਜਦੋਂ ਸ਼ਬਦ ਉਚਾਰਿਆ, ਬਾਬਾ ਮੋਹਨ ਜੀ ਵੀ ਹੇਠਾਂ ਬੈਠ ਗਏ ਤੇ ਸ਼ਬਦ ਸੁਣਨ ਲੱਗ ਪਏ ਜੀ। ਹਾਂਜੀ। ਤਾਲਨ ਅਰਮਦ ਹਿਰ ਨਿਕੇਤਾ। ਕਹਿਣ ਲੱਗੇ ਤਾਂ ਨਾਲ ਤਾਲ ਵੀ ਵੱਜ ਰਿਹਾ ਹੈ ਤੇ ਸੁਰ ਮਹਾਰਾਜ ਦੇ ਪੂਰੇ ਜੀ, ਸੱਚੇ ਪਾਤਸ਼ਾਹ ਜੀ ਦੇ ਰਸਨਾ 'ਚ ਰਸ ਹੈ। ਹਾਂਜੀ। ਗਾਵਤ ਰੁਕਿਓ ਕੰਠ ਜਲ ਨੈਣਾ। ਹਾਂਜੀ। ਪ੍ਰੇਮ ਭਏ ਪ੍ਰੇਮ ਤੇ ਗਦ ਗਦ ਬੈਨਾ। ਵਾਹਿਗੁਰੂ ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜਦੋਂ ਅਖੀਰਲਾ ਪਦ ਮਹਾਰਾਜ ਨੇ ਉਚਾਰਨ ਕੀਤਾ ਨਾ, ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰਾਂ 'ਚ ਜਲ ਆ ਗਿਆ ਤੇ ਕੰਠ ਰੁਕ ਗਿਆ ਜੀ। ਹਾਂਜੀ। ਮਹਾਰਾਜ ਕਹਿਣ ਲੱਗੇ, ਜਮ ਕਾਲ ਤਿਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵਹਿ। ਮਨ ਬਚਨ ਕਰਮ ਜੇ ਤੁਧ ਅਰਾਧ ਹੈ ਸੇ ਸਭੇ ਫਲ ਪਾਵਹਿ। ਕਹਿੰਦੇ ਮਹਾਰਾਜ ਦਾ ਗਲਾ ਰੁਕ ਗਿਆ ਸੀਗਾ ਜੀ। ਹਾਂਜੀ। ਮੋਹਨ ਦੇਖ ਦਸ਼ਾ ਇਸ ਭਾਂਤੀ। ਬਾਬਾ ਮੋਹਨ ਜੀ ਨੇ ਜਦੋਂ ਐਸੀ ਅਵਸਥਾ ਗੁਰੂ ਅਰਜਨ ਦੇਵ ਜੀ ਦੀ ਦੇਖੀ, ਹਾਂਜੀ, ਭਗਨੀ ਸੁਤ ਤੇ ਲਹਿ ਸੁਖ ਛਾਤੀ। ਆਪਣੇ ਭਣੇਵੇਂ ਭਾਣਜੇ, ਵਾਹਿਗੁਰੂ ਭਾਣਜੇ, ਭੈਣ ਦੇ ਪੁੱਤਰ ਦੇ ਦਰਸ਼ਨ ਕਰ ਕਰਕੇ, ਭਾਵ ਗੁਰੂ ਜੀ ਦੇ ਦਰਸ਼ਨ ਕਰ ਕਰਕੇ ਬਾਬਾ ਮੋਹਨ ਜੀ ਹੋਰ ਸ਼ਾਂਤ ਹੋਣ ਜੀ। ਹਾਂਜੀ। ਅਤ ਪ੍ਰਸੰਨ ਮੋਹਨ ਮਨ ਭਇਓ। ਬਾਬਾ ਮੋਹਨ ਜੀ ਦਾ ਮਨ ਇੰਨਾ ਖੁਸ਼ ਵੀ ਅਤ ਪ੍ਰਸੰਨ ਜੀ, ਬਹੁਤ ਖੁਸ਼ ਹੋ ਗਏ ਬਾਬਾ ਮੋਹਨ ਜੀ। ਸ਼ਬਦ ਬ੍ਰਿੰਦ ਆਗੇ ਧਰ ਦਇਓ। ਤੇ ਬਸ ਫਿਰ ਕੀ ਸੀ, ਗੁਰਬਾਣੀ ਦੀਆਂ ਪੋਥੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੱਥਾਂ 'ਚ ਰੱਖ ਦਿੱਤੀਆਂ ਜੀ। ਮੰਗਣੀਆਂ ਨਹੀਂ ਪਈਆਂ ਜੀ, ਚੇਤਾ ਰੱਖੋ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਕਿਹਾ ਨਹੀਂ ਬਾਬਾ ਮੋਹਨ ਜੀ ਨੂੰ ਵੀ ਪੋਥੀਆਂ ਦੇ ਦਿਓ, ਬਾਬਾ ਮੋਹਨ ਜੀ ਨੇ ਆਪੇ ਹੀ ਲਿਆ ਕੇ ਦੇ ਦਿੱਤੀਆਂ ਜੀ, ਆਪੇ ਹੀ ਲਿਆ ਕੇ ਦੇ ਦਿੱਤੀਆਂ ਜੀ। ਹਾਂਜੀ। ਪਦ ਅਰਬਿੰਦਨ ਪਰ ਸਿਰ ਧਰਿਓ। ਵਾਹ ਜੀ ਵਾਹ। ਫਿਰ ਭੁਲਾ ਦਿੱਤਾ ਵੀ ਮੈਂ ਤਪਸਵੀ, ਮੈਂ ਉਮਰ 'ਚ ਵੱਡਾ, ਗੁਰੂ ਅਮਰਦਾਸ ਜੀ ਦਾ ਪੁੱਤਰ ਆ, ਇਹਨਾਂ ਦਾ ਮਾਮਾ ਹੈ, ਸਭ ਕੁਝ ਹੀ ਭੁਲਾ ਦਿੱਤਾ
ਤੇ ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਤੇ ਸਿਰ ਹੀ ਰੱਖ ਦਿੱਤਾ ਜੀ। ਆਪਾਂ ਵੀ ਰੱਖ ਦਈਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਨਹੀਂ ਉਠਾਵਨ ਪੋਕਵਨ ਕਰਿਓ। ਤੇ ਫਿਰ ਐਸਾ ਸਿਰ ਰੱਖਿਆ, ਮੁੜ ਸਿਰ ਹੀ ਨਾ ਚੁੱਕਣ ਦੀ ਬਾਬਾ ਜੀ, ਸਿਰ ਹੀ ਨਾ ਚੁੱਕਣ ਦੀ ਆਪਣਾ ਜੀ। ਹਾਂਜੀ। ਆਪਨ ਕਰੂਰਤਾ ਚਾਹੇ ਬਖਸ਼ਾਵਨ। ਬਾਬਾ ਮੋਹਨ ਜੀ ਚਾਹੁੰਦੇ ਨੇ ਵੀ ਉਹ ਮੇਰੀ ਜਿਹੜੀ ਭੁੱਲ ਹੋਈ ਹੈ ਨਾ ਉਹ ਬਖਸ਼ੀ ਜਾਵੇ ਜੀ। ਹਾਂਜੀ। ਆਗੇ ਪਾਛੇ ਕੀ ਨਭਾਵਨ। ਮੈਂ ਪਹਿਲਾਂ ਵੀ ਨਰਾਦਰ ਕਰਦਾ ਰਿਹਾ, ਹੁਣ ਵੀ ਨਰਾਦਰ ਕੀਤਾ ਸੀਗਾ। ਮਾੜਾ ਬੋਲ ਕੇ ਇਹ ਮੇਰੀ ਭੁੱਲ ਬਖਸ਼ੀ ਜਾਵੇ, ਇਸ ਕਰਕੇ ਬਾਬਾ ਮੋਹਨ ਜੀ ਨੇ ਮਹਾਰਾਜ ਦੇ ਅੱਗੇ ਸਿਰ ਰੱਖਿਆ ਹੋਇਆ। ਸੰਗਤਾਂ ਵੇਖ ਰਹੀਆਂ, ਬਾਬਾ ਮੋਹਰੀ ਜੀ ਵੀ ਆਏ ਹੋਏ ਨੇ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਾਰੇ ਦੇਖ ਰਹੇ। ਸ਼੍ਰੀ ਅਰਜਨ ਅਵਲੋਕਨ ਕੀਨਾ। ਮਹਾਰਾਜ ਗਰੀਬ ਨਵਾਜ ਜੀ ਨੇ ਵੇਖਿਆ ਜੀ। ਕੀ ਵੇਖਿਆ ਜੀ? ਹਾਂਜੀ। ਨਿਰਹੰਕਾਰ ਸੋ ਨਮਰ ਅਧੀਨਾ। ਕਿ ਸਾਡੇ ਮਾਮਾ ਜੀ ਬਾਬਾ ਮੋਹਨ ਜੀ ਅੱਗੇ ਮੱਥਾ ਟੇਕ ਰਹੇ ਨੇ ਤੇ ਨਿਰਹੰਕਾਰ ਹੋ ਕੇ ਟੇਕ ਰਹੇ ਨੇ। ਹਉਮੈ ਨਹੀਂ ਹੈਗੀ ਇਸ ਸਮੇਂ ਇਹਨਾਂ ਦੇ ਮਨ 'ਚ। ਇਹ ਵੇਖਿਆ ਮਹਾਰਾਜ ਨੇ ਜੀ। ਬਾਹਰੀ ਤੌਰ ਤੇ ਤਾਂ ਸਭ ਨੂੰ ਸਿਰ ਝੁਕਿਆ ਵੇਖ ਰਿਹਾ, ਪਰ ਮਹਾਰਾਜ ਨੇ ਅੰਦਰ ਦਾ ਭਾਵ ਦੇਖਿਆ ਜੀ। ਕਹਿਓ ਬਾਕ ਅਨੁਚਿਤ ਨਹਿ ਕਰੀਐ। ਵਾਹ ਜੀ ਵਾਹ। ਫਿਰ ਮਹਾਰਾਜ ਪਤਾ ਕੀ ਕਹਿੰਦੇ? ਮਹਾਰਾਜ ਕਹਿੰਦੇ ਬਾਬਾ ਜੀ ਇਹ ਕੰਮ ਠੀਕ ਨਹੀਂ ਹੈਗਾ, ਕਹਿਣ ਲੱਗੇ। ਹਾਂਜੀ। ਬੜ ਸਥਾਨ ਹੋ ਆਪ ਵਿਚਰੀਐ ਹੈ। ਵਿਚਾਰ ਕਰੋ, ਤੁਸੀਂ ਵੱਡੀ ਜਗ੍ਹਾ ਤੇ ਹੋ, ਕਹਿਣ ਲੱਗੇ। ਤੁਸੀਂ ਉਮਰ 'ਚ ਵੱਡੇ, ਅਹੁਦੇ 'ਚ ਵੱਡੇ ਹੋ ਸਾਡੇ ਨਾਲੋਂ। ਹਾਂਜੀ। ਹਮਰੀ ਜਨਨੀ ਕੇ ਬੜ ਭਰਾਤਾ। ਮਹਾਰਾਜ ਕਹਿਣ ਲੱਗੇ ਸਾਡੇ ਮਾਤਾ ਜੀ ਦੇ ਵੱਡੇ ਭਰਾ ਹੋ ਤੁਸੀਂ, ਕਹਿਣ ਲੱਗੇ ਵੱਡੀ ਥਾਂ ਤੇ ਹੋ। ਹਾਂਜੀ। ਲਾਗਤ ਹੋ ਮਾਤੁਲ ਸੁਖ ਦਾਤਾ। ਤੇ ਤੁਸੀਂ ਤੇ ਮੇਰੇ ਮਾਮਾ ਜੀ ਲੱਗਦੇ ਹੋ, ਕਹਿਣ ਲੱਗੇ। ਹਾਂਜੀ। ਪਿਤਾ ਤੁਮਹਾਰੋ ਗੁਰ ਗੰਭੀਰ। ਉਤੋਂ ਤੁਹਾਡੇ ਪਿਤਾ ਜੀ ਮਹਾਨ ਸਤਿਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਹਨ। ਨਿਜ ਸੇਵਕ ਕੀ ਕਾਟਤ ਪੀਰ। ਜਿਹੜੇ ਆਪਣੇ ਸੇਵਕਾਂ ਦੇ ਦੁੱਖ ਕੱਟਣ ਵਾਲੇ ਨੇ, ਤੇ ਤੁਸੀਂ ਵਿਚਾਰ ਤੇ ਕਰੋ, ਕਹਿਣ ਲੱਗੇ। ਹਾਂਜੀ। ਤਿਨਕੇ ਨੰਦਨ ਤੁਮ ਵੱਡ ਭਾਗੇ। ਵੇਖੋ ਤੁਹਾਡੇ ਕਿੰਨੇ ਵੱਡੇ ਭਾਗ ਨੇ, ਤੁਸੀਂ ਉਹਨਾਂ ਦੇ ਪੁੱਤਰ ਹੋ, ਕਹਿਣ ਲੱਗੇ, ਜਿਨ੍ਹਾਂ ਦੇ ਸੇਵਕਾਂ ਨੂੰ ਵੀ ਦੁੱਖ ਨਹੀਂ ਕੋਈ ਰਿਹਾ ਜੀ। ਹਾਂਜੀ। ਜੋਗ ਵਿਰਾਗ ਗਿਆਨ ਅਨੁਰਾਗੇ। ਫਿਰ ਤੁਹਾਡੇ ਅੰਦਰ ਜੋਗ ਹੈ, ਵਿਰਾਗ ਹੈ, ਗਿਆਨ ਹੈ। ਨਮੋ ਉਚਿਤ ਜਾਂ ਤੇ ਹਮ ਜਾਣੇ। ਮਹਾਰਾਜ ਕਹਿਣ ਲੱਗੇ ਮੱਥਾ ਤੇ ਸਾਨੂੰ ਟੇਕਣਾ ਚਾਹੀਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ ਵਾਹਿਗੁਰੂ। ਕਿੰਨੀ ਨਿਮਰਤਾ ਮਹਾਰਾਜ ਵਿੱਚ ਜੀ। ਹਾਂਜੀ। ਵਿਸ਼ੇ ਬਾਸ਼ਨਾ ਮਨ ਤੇ ਹਾਨੇ। ਵੇਖੋ ਵਿਸ਼ੇ ਵਿਕਾਰ ਤੁਹਾਡੇ ਮਨ 'ਚ ਫੁਰਦੇ ਨਹੀਂ ਹੈ। ਸੰਗਤ ਦੀ ਇਹ ਗੱਲ ਸੱਚੀ ਹੈ। ਜਿੰਨਾ ਮਰਜ਼ੀ ਬੰਦਾ ਭਗਤ ਬਣ ਕੇ ਬੈਠਾ ਹੋਵੇ, ਮਾੜਾ ਫੁਰਨਾ ਬੰਦੇ ਦੇ ਮਨ 'ਚ ਆ ਹੀ ਜਾਂਦਾ ਹੈ ਜੀ। ਹਾਂਜੀ। ਕੋਈ ਨਾ ਕੋਈ ਸੋਚ ਬੰਦੇ ਦੇ ਮਨ 'ਚ ਤੁਰ ਪੈਂਦੀ ਹੈ ਜੀ। ਪਰ ਬਾਬਾ ਮੋਹਨ ਜੀ ਦੇ ਮਨ 'ਚ ਵਕਾਰ ਦਾ ਕੋਈ ਮਾੜਾ ਫੁਰਨਾ ਨਹੀਂ ਸੀ ਆਉਂਦਾ ਜੀ। ਹਾਂਜੀ। ਜੇ ਮਾਤੁਲ ਸੰਬੰਧ ਵਿਚਾਰੈ। ਮਹਾਰਾਜ ਕਹਿੰਦੇ ਜੇ ਤੇ ਮਾਮਾ ਜੀ ਵਾਲੀ ਰਿਸ਼ਤੇਦਾਰੀ ਦੇਖੀਏ, ਬੰਧਨ ਠੰਨ ਹੈ ਉਚਿਤ ਹਮਾਰੇ। ਫਿਰ ਤੇ ਸਾਨੂੰ ਮੱਥਾ ਟੇਕਣਾ ਚਾਹੀਦਾ, ਕਹਿਣ ਲੱਗੇ। ਹਾਂਜੀ। ਜਾਂ ਤੇ ਅਨੁਚਿਤ ਨਹੀਂ ਕਰੀਜੈ। ਇਸ ਕਰਕੇ ਅਨੁਚਿਤ ਕੰਮ ਨਾ ਕਰੋ, ਤੁਸੀਂ, ਕਹਿਣ ਲੱਗੇ। ਹਾਂਜੀ। ਪਦ ਪਰ ਹਮਰੀ ਬੰਧਨ ਲੀਜੈ। ਤੁਸੀਂ ਸਾਡੀ ਨਮਸਕਾਰ ਸਵੀਕਾਰ ਕਰੋ, ਕਹਿਣ ਲੱਗੇ। ਅਸੀਂ ਤੁਹਾਨੂੰ ਮੱਥਾ ਟੇਕਦੇ ਹਾਂ। ਹਾਂਜੀ। ਸੁਨ ਗੁਰ ਨੰਦਨ ਮੋਹਨ ਕਾਨਾ। ਸਾਧ ਸੰਗਤ ਜੀ ਬਾਬਾ ਮੋਹਨ ਜੀ ਤੇ ਵੈਰਾਗ 'ਚ ਆਏ ਹੋਏ ਹਨ। ਜਦੋਂ ਬਾਬਾ ਮੋਹਨ ਜੀ ਨੇ ਸਤਿਗੁਰੂ ਜੀ ਦੇ ਮੁਖ ਤੋਂ ਇਹ ਬਚਨ ਸੁਣੇ ਹੈ ਨਾ, ਹਾਂਜੀ, ਧਰੇ ਨਮਰਤਾ ਬਾਕ ਬਖਾਨਾ। ਬਾਬਾ ਮੋਹਨ ਜੀ ਹੋਰ ਨਿਮਰਤਾ ਦੇ ਵਿੱਚ ਆ ਗਏ ਜੀ। ਹੋਰ ਨਿਮਰਤਾ ਵਿੱਚ ਆ ਗਏ ਤੇ ਨਿਮਰਤਾ ਵਿੱਚ ਆ ਕੇ ਬਚਨ ਕਹਿਣ ਲੱਗੇ। ਸ਼੍ਰੀ ਅਰਜਨ ਭਗਨੀ ਸੁਤ ਮੇਰੇ। ਹੇ ਗੁਰੂ ਅਰਜਨ ਦੇਵ ਮਹਾਰਾਜ, ਭਾਵੇਂ ਤੁਸੀਂ ਮੇਰੀ ਛੋਟੀ ਭੈਣ ਦੇ ਪੁੱਤਰ ਹੋ, ਕਹਿਣ ਲੱਗੇ। ਪਰਸੋਂ ਚਰਨ ਕਮਲ ਅਬ ਤੇਰੇ। ਪਰ ਫਿਰ ਵੀ ਮੈਂਓ ਹੀ ਤੁਹਾਨੂੰ ਮੱਥਾ ਟੇਕਾਂਗਾ, ਕਹਿਣ ਲੱਗੇ। ਕਿਉਂ? ਇਸ ਸਮੇਂ ਮੈਂ ਤੁਹਾਨੂੰ ਭਾਣਜਾ ਨਹੀਂ ਜਾਣ ਰਿਹਾ, ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਹੀ ਜਾਣ ਰਿਹਾ ਹਾਂ।
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਮੈਂ ਤੇ ਇਸ ਸਮੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਜਾਣ ਰਿਹਾ। ਹਾਂਜੀ, ਭੂਲ ਪਰੀ ਮੁਝ ਤੇ ਬਹੁ ਪਹਿਲੇ, ਮੇਰੇ ਕੋਲੋਂ ਬੜੀਆਂ ਭੁੱਲਾਂ ਹੋਈਆਂ ਕਹਿਣ ਲੱਗੇ। ਹਾਂਜੀ, ਬਖਸ਼ੋ ਅਬ ਕੀਜੈ ਨਿਤ ਸਹਿਲੇ, ਹੁਣ ਕਿਰਪਾ ਕਰੋ ਤੇ ਮੇਰੀ ਭੁੱਲ ਬਖਸ਼ ਦਿਓ, ਕਿਰਪਾ ਕਰੋ ਮੇਰੇ ਤੇ। ਹਾਂਜੀ, ਸਮਾਂ ਉਡੀਕਤ ਸੋ ਅਬ ਆਵਾ, ਮੈਂ ਬਹੁਤ ਸਮੇਂ ਤੋਂ ਇਹ ਸਮਾਂ ਉਡੀਕ ਰਿਹਾ ਸਾਂ ਕਹਿਣ ਲੱਗੇ। ਹਾਂਜੀ, ਕਿਰਪਾ ਕਰੋ ਦੁਖ ਬਨ ਤੁਮ ਦਾਵਾ, ਤੇ ਕਿਰਪਾ ਕਰੋ। ਸੰਗਤ ਜੀ, ਜਿਹੜੀ ਜੰਗਲ 'ਚ ਅੱਗ ਲੱਗਦੀ ਨਾ, ਉਹਨੂੰ ਦਾਵਾ ਨਾਲ ਕਹਿੰਦੇ ਆ ਜੀ। ਜੰਗਲ 'ਚ ਅੱਗ ਕਿਵੇਂ ਲੱਗਦੀ ਹੈ? ਵਾਂਸ ਨਾਲ ਵਾਂਸ ਰਗੜਿਆ ਜਾਵੇ, ਅੱਗ ਸ਼ੁਰੂ ਹੁੰਦੀ ਹੈ, ਸਾਰਾ ਜੰਗਲ ਹੀ ਸਾੜ ਦਿੰਦੀ ਜੀ। ਉਹਨੂੰ ਦਾਵਾ ਨਾਲ ਕਹਿੰਦੇ ਜੀ। ਹਾਂਜੀ, ਮਨ ਰੂਪੀ ਜੰਗਲ 'ਚ ਕਹਿੰਦੇ ਮੇਰੇ ਅੱਗ ਲੱਗੀ ਹੋਈ ਸੀ ਮਹਾਰਾਜ, ਕ੍ਰੋਧ ਦੀ, ਜਿਹਦੇ ਨਾਲ ਸਭ ਕੁਝ ਹੀ ਮੇਰਾ ਖਤਮ ਹੋ ਰਿਹਾ ਸੀ। ਹੁਣ ਕਿਰਪਾ ਕਰੋ, ਸ਼ਾਂਤੀ ਵਰਤ ਜਾਏ। ਸੰਗਤ ਜੀ, ਤੁਸਾਂ ਸੁਣਿਆ ਨਾ, ਬਾਬਾ ਮੋਹਨ ਜੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦੇ ਮੈਂ ਸਮਾਂ ਉਡੀਕ ਰਿਹਾ ਸਾਂ। ਹੁਣ ਗੱਲ ਧਿਆਨ ਨਾਲ ਸੁਣਿਓ। ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਤਾ ਗੱਦੀ ਗੁਰੂ ਅਮਰਦਾਸ ਜੀ ਸਤਿਗੁਰੂ ਜੀ ਨੇ ਦਿੱਤੀ, ਤੇ ਗੁਰੂ ਅਮਰਦਾਸ ਜੀ ਨੇ ਕਿਹਾ ਵੀ ਮੱਥਾ ਟੇਕੋ। ਬਾਬਾ ਮੋਹਰੀ ਜੀ ਨੇ ਟੇਕਿਆ, ਬਾਬਾ ਮੋਹਨ ਜੀ ਨੇ ਨਹੀਂ ਟੇਕਿਆ ਜੀ। ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ। ਬਾਬਾ ਮੋਹਨ ਜੀ ਕਹਿਣ ਲੱਗੇ ਤੇ ਸਾਡੀ ਦਾਤ ਸੀ, ਸਾਨੂੰ ਮਿਲਣੀ ਚਾਹੀਦੀ ਸੀ, ਪਿਤਾ ਪੁਰਖੀ ਉਹ ਸਮਝਦੇ ਸੀਗੇ ਜੀ। ਇਹ ਤੇ ਸੇਵਕ ਦੀ ਹੈ ਅਸਲ ਵਿੱਚ। ਪਰ ਬਾਬਾ ਮੋਹਨ ਜੀ ਨੇ ਉਦੋਂ ਨਾ ਨਮਸਕਾਰ ਨਹੀਂ ਕੀਤੀ, ਤੇ ਕਮਰੇ 'ਚ ਜਾ ਕੇ ਜਦੋਂ ਸਮਾਧੀ ਲਾਉਣ ਲੱਗੇ ਨਾ, ਮਨ 'ਚ ਕ੍ਰੋਧ ਹੀ ਚੱਲੀ ਜਾਵੇ ਜੀ। ਕਈ ਵਾਰੀ ਬੰਦੇ ਦੇ ਜੀਵਨ ਵਿੱਚ ਇਹੋ ਜਿਹੇ ਹਾਲਾਤ ਆ ਕੇ ਖੜੇ ਹੋ ਜਾਂਦੇ ਐ, ਬਾਣੀ ਪੜ੍ਹਦਿਆਂ ਵੀ ਮਨ ਸ਼ਾਂਤ ਨਹੀਂ ਹੁੰਦਾ ਜੀ। ਆ ਜਾਂਦੇ ਨਾ ਜੀ, ਇਹੋ ਜਿਹਾ ਸਮਾਂ ਆ ਜਾਂਦਾ ਜੀ, ਬੰਦੇ ਦੀ ਜ਼ਿੰਦਗੀ 'ਚ ਆ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਸ ਬਾਣੀ ਨੂੰ ਪੜ੍ਹ ਕੇ ਸ਼ਾਂਤ ਹੋਣਾ ਮਨ, ਬਾਣੀ ਪੜ੍ਹਦਿਆਂ ਵੀ ਮਨ ਸ਼ਾਂਤ ਨਹੀਂ ਹੁੰਦਾ। ਪਤਾ ਕਿਉਂ ਜੀ? ਉਦੋਂ ਸਾਡੀ ਕੋਈ ਭੁੱਲ ਕੀਤੀ ਹੋਈ ਸਾਡੇ ਅੱਗੇ ਆਉਂਦੀ ਹੈ। ਇਹ ਜ਼ਿੰਦਗੀ 'ਚ ਸਮਾਂ ਚੱਲਦਾ ਰਹਿੰਦਾ ਜੀ। ਤੁਸੀਂ ਵੇਖੋ, ਕਈ ਵਾਰੀ ਬੰਦਾ ਬੈਠਾ ਬੈਠਾ ਬੜੇ ਵਧੀਆ ਵਧੀਆ ਫੁਰਨੇ ਆਉਣ ਲੱਗ ਪੈਂਦੇ। ਬੰਦਾ ਸੋਚਦਾ ਮੈਂ ਅੱਜ ਇੰਨੀ ਬਾਣੀ ਪੜ੍ਹਾਂ, ਅੱਜ ਮੈਂ ਇੰਨਾ ਨਾਮ ਜਪਾਂ। ਹੈ ਕਈ ਵਾਰੀ ਐਸੇ ਵਾਹਿਗੁਰੂ ਸਮਾਂ ਆ ਜਾਂਦਾ ਬੰਦੇ ਦੀ ਜ਼ਿੰਦਗੀ 'ਚ। ਪਰ ਜਦੋਂ ਕੋਈ ਕੀਤੀ ਹੋਈ ਭੁੱਲ ਅੱਗੇ ਆ ਜਾਂਦੀ ਹੈ ਨਾ, ਫਿਰ ਬਾਣੀ ਪੜ੍ਹਦਿਆਂ ਵੀ ਖਿਝ ਨਹੀਂ ਬੰਦੇ ਦੀ ਜਾਂਦੀ, ਬਾਣੀ ਪੜ੍ਹਦਿਆਂ ਵੀ ਬੰਦਾ ਕਲਪਦਾ ਹੀ ਰਹਿੰਦਾ ਹੈ ਜੀ। ਕੱਢ ਕੇ ਆਖੋ, ਅੰਦਰ ਘੁੜ ਘੋੜੀ ਚਾਲੂ ਰਹਿੰਦੀ ਜੀ, ਸ਼ਾਂਤੀ ਨਹੀਂ ਮਿਲਦੀ ਜੀ। ਜਿੰਨਾ ਚਿਰ ਤੱਕ ਉਹ ਭੁੱਲ ਫਿਰ ਮਾਫ ਨਹੀਂ ਨਾ ਹੋ ਜਾਂਦੀ, ਉਹਨਾਂ ਚਿਰ ਤੱਕ ਬਾਣੀ ਪੜ੍ਹਦਿਆਂ ਬੰਦੇ ਨੂੰ ਸ਼ਾਂਤੀ ਨਹੀਂ ਚ ਮਿਲਦੀ। ਕਥਾ ਤੇ ਸ਼ਾਂਤੀ ਦੀ ਸੁਣ ਰਿਹਾ ਹੁੰਦਾ ਬੰਦਾ, ਪਰ ਉਹ ਸਮਾਂ ਇਹੋ ਜਿਹਾ ਚੱਲ ਰਿਹਾ ਹੁੰਦਾ, ਬੰਦੇ ਦਾ ਮਨ ਸ਼ਾਂਤ ਨਹੀਂ ਹੁੰਦਾ। ਬਾਬਾ ਮੋਹਨ ਜੀ ਦੇ ਕੋਲੋਂ ਜਿਹੜੀ ਭੁੱਲ ਹੋ ਗਈ ਸੀ ਨਾ, ਇਹਨਾਂ ਨੂੰ ਪਤਾ ਲੱਗ ਗਿਆ ਉਸੇ ਵੇਲੇ ਵੀ ਮੇਰਾ ਤੇ ਮਨ ਸ਼ਾਂਤ ਨਹੀਂ ਹੋ ਰਿਹਾ। ਅਗਲੇ ਦਿਨ ਹੀ ਬਾਬਾ ਮੋਹਨ ਜੀ ਗੁਰੂ ਅਮਰਦਾਸ ਜੀ ਕੋ ਆ ਗਏ ਜੀ। ਹੇ ਮਹਾਰਾਜ, ਪਿਤਾ ਜੀ ਭੁੱਲ ਹੋ ਗਈ ਹੈ, ਮੇਰੇ ਮਨ ਨੂੰ ਅਨਸ਼ਾਂਤੀ ਨਹੀਂ ਹੈਗੀ, ਕਲਪਨ ਦਿਆ ਮੇਰਾ ਮਨ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਗੁਰਤਾ ਗੱਦੀ ਗੁਰੂ ਰਾਮਦਾਸ ਜੀ ਨੂੰ ਦੇਤੀ, ਉਹਨਾਂ ਨੂੰ ਉਹ ਹੁਣ ਅਧਿਕਾਰੀ ਨੇ, ਤੁਹਾਨੂੰ ਮਾਫੀ ਦੇਣ ਦੇ। ਪਰ ਕੋਈ ਨਹੀਂ, ਉਹ ਤੇ ਚਲੇ ਗਏ, ਅੰਮ੍ਰਿਤਸਰ ਨੂੰ ਚਲੇ ਗਏ। ਮਹਾਰਾਜ ਕਹਿਣ ਲੱਗੇ ਹੁਣ ਤੁਸੀਂ ਇੱਕ ਕੰਮ ਕਰਨਾ, ਤੁਹਾਨੂੰ ਗੁਰਬਾਣੀ ਦੀਆਂ ਪੋਥੀਆਂ ਦੇਣ ਲੱਗੇ। ਪੋਥੀਆਂ ਦਿੱਤੀਆਂ, ਪੋਥੀਆਂ ਦੇ ਕੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਸਮਾਂ ਆਏਗਾ, ਗੁਰੂ ਅਰਜਨ ਦੇਵ ਮਹਾਰਾਜ ਗੁਰੂ ਬਣਨਗੇ। ਕਹਿਣ ਲੱਗੇ ਜਿਹੜੇ ਗੁਰੂ ਰਾਮਦਾਸ ਜੀ ਦੇ ਛੋਟੇ ਪੁੱਤਰ ਨੇ ਨਾ, ਉਹਨਾਂ ਨੇ ਗੁਰੂ ਬਣਨਾ। ਇੱਕ ਸਮਾਂ ਫਿਰ ਐਸਾ ਆਉਣਾ, ਉਹਨਾਂ ਨੇ
ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾਉਣੀ, ਜਿਨ੍ਹਾਂ 11ਵੇਂ ਗੁਰੂ ਬਣਨਾ ਕਹਿਣ ਲੱਗੇ। ਉਹਦੇ ਵਾਸਤੇ ਉਹਨਾਂ ਨੇ ਗੁਰਬਾਣੀ ਦੀਆਂ ਪੋਥੀਆਂ ਵੇਖਣੀਆਂ, ਦਰਸ਼ਨ ਕਰਨੇ, ਉਹਨਾਂ ਨੂੰ ਜ਼ਰੂਰਤ ਹੈ। ਇਹ ਪੋਥੀਆਂ ਜਦੋਂ ਤੁਸੀਂ ਉਹਨਾਂ ਨੂੰ ਦਿਓਗੇ ਤੇ ਨਮਸਕਾਰ ਕਰਕੇ ਭੁੱਲ ਦੀ ਮਾਫੀ ਮੰਗੋਗੇ, ਤੁਹਾਡਾ ਮਨ ਸ਼ਾਂਤ ਹੋ ਜਾਏਗਾ ਕਹਿਣ ਲੱਗੇ। ਪਰ ਚੇਤਾ ਰੱਖੋ, ਇੱਕ ਭੁੱਲ ਦੀ ਮਾਫੀ ਵਾਸਤੇ ਕਿੰਨੇ ਸਾਲ ਵਿੱਚ ਗੈਪ ਪੈ ਗਿਆ ਜੀ, ਕਿੰਨੇ ਸਾਲਾਂ ਦਾ ਫਰਕ ਪੈ ਗਿਆ ਜੀ। ਹੁਣ ਉਹ ਭਾਈ ਗੁਰਦਾਸ ਜੀ ਗਏ, ਦੇ ਤੇ ਪੋਥੀਆਂ ਭਾਈ ਗੁਰਦਾਸ ਜੀ ਨੂੰ ਵੀ ਸਕਦੇ ਸੀ, ਬਾਬਾ ਬੁੱਢਾ ਜੀ ਨੂੰ ਤੇ ਕੋਈ ਨਹੀਂ ਸੀ ਨਾ ਕਰਦਾ। ਬਾਬਾ ਮੋਹਨ ਜੀ ਬਾਬਾ ਬੁੱਢਾ ਜੀ ਨੂੰ ਵੀ ਦੇ ਸਕਦੇ ਸੀ, ਪਰ ਤਾਂ ਨਹੀਂ ਦਿੱਤੀਆਂ, ਕਿਉਂਕਿ ਗੁਰੂ ਅਮਰਦਾਸ ਜੀ ਦਾ ਬਚਨ ਸੀ ਵੀ ਗੁਰੂ ਅਰਜਨ ਦੇਵ ਜੀ ਨੂੰ ਹੀ ਦੇਣੀਆਂ ਨੇ, ਤਾਂ ਨਹੀਂ ਦਿੱਤੀਆਂ ਜੀ ਉਹਨਾਂ ਨੂੰ। ਹਾਂਜੀ। ਦੋਹਰਾ ਇਸ ਪ੍ਰਕਾਰ ਮੋਹਨ ਜਬ ਹੈ, ਕਰੀ ਗਿਰਾ ਮਨ ਨੀਵ। ਇਸ ਤਰੀਕੇ ਦੇ ਨਾਲ ਬਾਬਾ ਮੋਹਨ ਜੀ ਨੇ ਜਦੋਂ ਮਨ ਨੀਵਾਂ ਕਰ ਲਿਆ ਤੇ ਬਹੁਤ ਹੀ ਨਿਮਰਤਾ ਨਾਲ ਮਾਫੀ ਮੰਗੀ, ਉਹਨਾਂ ਦੇ ਹਿਰਦੇ 'ਚ ਸ਼ਾਂਤੀ ਆ ਗਈ, ਟਿਕਾਓ ਆ ਗਿਆ, ਫਿਰ ਬ੍ਰਹਮ ਗਿਆਨ ਦੀ ਅਵਸਥਾ ਮਿਲੀ ਜੀ ਉਹਨਾਂ ਨੂੰ। ਹਾਂਜੀ। ਸਭਿਨ ਸੁਨਨ ਹਿਤ ਬੂਝਿਓ, ਸ਼੍ਰੀ ਅਰਜਨ ਸੁਖ ਸੀਵ। ਤੇ ਫਿਰ ਹੋਰ ਵੀ ਲਾਗੇ ਪਰਿਵਾਰ ਸਾਰੇ ਆ ਗਏ। ਅੱਗੋਂ ਫਿਰ ਜੋ ਹੁੰਦਾ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸੰਗਤ ਜੀ, ਨਿੱਕੀ ਨਿੱਕੀ ਕਈ ਵਾਰੀ ਭੁੱਲ ਜਿਹੜੀ ਹੁੰਦੀ ਹੈ, ਸਾਲਾਂ ਬੱਧੀ ਜਾ ਕੇ ਉਹਦੀਆਂ ਮਾਫੀਆਂ ਮਿਲਦੀਆਂ ਨੇ। ਇਸ ਕਰਕੇ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਆਪਾਂ ਅਰਦਾਸ ਕਰਨੀ ਹੈ, ਹੇ ਸੱਚੇ ਪਾਤਸ਼ਾਹ, ਸਾਡੇ ਕੋਲ ਬੜੀਆਂ ਭੁੱਲਾਂ ਹੁੰਦੀਆਂ ਨੇ। ਆਓ ਪੰਕਤੀ ਪੜ੍ਹ ਕੇ ਫਿਰ ਖਿਮਾ ਮੰਗੀਏ। ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ, ਅਸੀਂ ਖਤੇ ਬਹੁਤ ਕਮਾਵਦੇ। ਅੰਤ ਨ ਪਾਰਾਵਾਰ, 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 ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲਹੋ, ਹਰ ਕਿਰਪਾ ਕਰਕੇ ਬਖਸ਼ ਲਹੋ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹਰ ਕਿਰਪਾ ਕਰਕੇ ਬਖਸ਼ ਲਹੋ, ਹਰ ਕਿਰਪਾ ਕਰਕੇ ਬਖਸ਼ ਲਹੋ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹਰ ਕਿਰਪਾ
ਗੁਣ ਹੈ ਗਾਰ। ਹਾਂ ਪਾਪੀ ਵੱਡ ਗੁਣ ਹੈ ਗਾਰ। ਹਾਂ ਪਾਪੀ ਵੱਡ ਗੁਣ ਹੈ ਗਾਰ। ਸੱਚੇ ਪਾਤਸ਼ਾਹ ਮਿਹਰ ਕਰਨ। ਬੜੀਆਂ ਭੁੱਲਾਂ ਹੁੰਦੀਆਂ ਬੰਦੇ ਕੋਲ। ਸੋ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਅਸੀਂ ਖਾਤੇ ਬਹੁਤ ਕਮਾਵਦੇ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਰਹਿਓ ਹਉ ਪਾਪੀ ਵੱਡ ਗੁਣ ਹੈ ਗਾਰ। ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਜੀ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ